ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਹਰ ਮੰਗਲਵਾਰ ਵੀਰ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਹਾਜ਼ਰ ਹੁੰਦੇ ਹਨ। ਪਿਛਲੇ ਹਫ਼ਤੇ ਤੋਂ ਇੱਕ ਅਹਿਮ ਵਿਸ਼ਾ ਵਿਸਮਾਦ ਦੇ ਉੱਤੇ ਵਿਚਾਰ ਚੱਲ ਰਹੀ ਹੈ। ਇਸ ਤੋਂ ਪਹਿਲਾਂ ਭੈਣ ਜੀ ਇੰਦਰਜੀਤ ਕੌਰ ਜੀ ਨੇ ਵੀ ਪ੍ਰੈਜੈਂਟੇਸ਼ਨ ਰਾਹੀਂ ਵਿਸਮਾਦ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੇ ਵੀ ਵਿਸਮਾਦ ਬਾਰੇ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਪਿਛਲੇ ਹਫ਼ਤੇ ਵੀ ਹੋਈਆਂ। ਅੱਜ ਇਸੇ ਨੂੰ ਅੱਗੇ ਤੋਰਦੇ ਫਿਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਵਿਸਮਾਦ ਕੀ ਹੈ, ਵਿਸਮਾਦ ਦਾ ਆਨੰਦ ਜਾਂ ਜੋ ਸ਼ਬਦ ਅਸੀਂ ਗੁਰਬਾਣੀ 'ਚ ਵਰਤ ਹੀ ਨਹੀਂ ਸਕਦੇ, ਵਿਸਮਾਦ ਨੂੰ ਬਿਆਨ ਕਰਨਾ ਹੀ ਔਖਾ ਹੋ ਜਾਂਦਾ। ਉਹ ਸਾਰੀਆਂ ਵਿਚਾਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਬੇਨਤੀ ਕਰ ਰਿਹਾ ਹਾਂ ਗਿਆਨੀ ਜੀ ਨੂੰ ਕਿ ਅੱਜ ਦੇ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਆਸਾ ਕੀ ਵਾਰ ਵਿੱਚ ਆਏ ਸ਼ਲੋਕ ਦੀ ਅਸੀਂ ਵਿਚਾਰ ਪਿਛਲੇ ਹਫ਼ਤੇ ਆਰੰਭ ਕੀਤੀ ਸੀ। ਇੱਕ ਤੇ ਉਸ ਸ਼ਲੋਕ ਦੀ ਅਸੀਂ ਵਿਚਾਰ ਸੰਪੂਰਨ ਕਰਨੀ ਹੈ। ਦੂਸਰਾ, ਪਿਛਲੇ ਹਫ਼ਤੇ ਜੋ ਅਸੀਂ ਵਿਸਮਾਦ ਦੀ ਵਿਚਾਰ ਕੀਤੀ, 1-2-4 ਮਿੰਟਾਂ ਦੇ ਵਿੱਚ ਮੈਂ ਪਿਛਲੀ ਲੜੀ ਵੀ ਨਾਲ ਲੈ ਲਵਾਂਗਾ ਅਤੇ ਥੋੜਾ ਟਾਈਮ ਹੀ ਮੈਂ ਵਿਚਾਰ ਕਰਾਂਗਾ। ਉਸ ਤੋਂ ਬਾਅਦ ਅਸੀਂ ਸਵਾਲ ਜਵਾਬ ਲੈ ਲਵਾਂਗੇ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸਮੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਮਾਦ ਬਾਰੇ ਬਹੁਤ ਸਾਰੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ। ਆਮ ਤੌਰ ਤੇ ਵਿਦਵਾਨ ਆਖਦੇ ਨੇ ਕਿ ਵਿਸਮਾਦ ਦਾ ਅਰਥ ਡਿਕਸ਼ਨਰੀ ਦੇ ਵਿੱਚ ਨੋਰਮਲ ਜਿਹਾ ਮਿਲੇਗਾ, ਜਿਵੇਂ ਹੈਰਾਨੀ, ਅਚਰਜਤਾ, ਅਦਭੁਤ। ਇਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਵੰਡਰਫੁਲ, ਇਸ ਤਰ੍ਹਾਂ ਦੇ ਹੋਰ ਸ਼ਬਦ ਤੇ ਜਿਹੜੇ ਵਿਦਵਾਨਾਂ ਨੇ ਅਰਥ ਕੀਤੇ ਨੇ, ਪਹਿਲਾਂ ਮੈਂ ਉਹ ਸਾਹਮਣੇ ਰੱਖ ਦਿਆਂ। ਜਦੋਂ ਮਨੁੱਖ ਨੂੰ ਕਿਸੇ ਵਸਤੂ, ਵਿਚਾਰ, ਦ੍ਰਿਸ਼ ਜਾਂ ਕਲਾਕ੍ਰਿਤੀ ਦੇ ਸਨਮੁਖ ਹੋਣ ਤੇ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਇਹ ਵਸਤੂ ਜਾਂ ਇਹ ਵਿਚਾਰ ਜਾਂ ਇਹ ਦ੍ਰਿਸ਼ ਜਾਂ ਇਹ ਕਲਾਕ੍ਰਿਤੀ ਜ਼ਰੂਰ ਕਿਸੇ ਮਨੋਰਥ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ ਜਾਂ ਆਪਣੇ ਆਪ ਹੋਂਦ ਵਿੱਚ ਆਈ ਹੈ, ਪਰ ਉਸ ਮਨੋਰਥ ਦਾ ਪਤਾ ਨਾ ਲੱਗੇ ਕਿ ਕੀ ਹੈ ਤੇ ਪਤਾ ਲਗਾਉਣ ਦੀ ਇੱਛਾ ਵੀ ਨਾ ਜਾਗੇ, ਉਦੋਂ ਉਸਦੇ ਮਨ ਦੀ ਅਵਸਥਾ ਨੂੰ ਵਿਸਮਾਦ ਦੀ ਅਵਸਥਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਵਿਦਵਾਨਾਂ ਨੇ ਇਹਦੀ ਵਿਆਖਿਆ ਕੀਤੀ, ਜਿਹਦੀ ਮੈਂ ਇਹ ਪਰਿਭਾਸ਼ਾ ਦਿੱਤੀ। ਥੋੜੀ ਜਿਹੀ ਵਿਆਖਿਆ ਜਿਵੇਂ ਕਰਦੀ ਹੈ ਵੀ ਜਿਹੜੀ ਚੀਜ਼ ਅਸੀਂ ਸਮਝ ਨਹੀਂ ਪਾਉਂਦੇ, ਜਿਸ ਸੀਨ ਨੂੰ, ਦ੍ਰਿਸ਼ ਨੂੰ ਅਸੀਂ ਸਮਝ ਨਹੀਂ ਪਾਉਂਦੇ, ਜਾਂ ਜਿਸ ਵਿਚਾਰ ਨੂੰ ਅਸੀਂ ਸਮਝ ਨਹੀਂ ਪਾਉਂਦੇ, ਜਿਸ ਵਸਤੂ ਨੂੰ ਅਸੀਂ ਸਮਝ ਨਹੀਂ ਪਾਉਂਦੇ, ਉਹ ਸਾਨੂੰ ਅਵਾਕ ਕਰ ਜਾਂਦੀ ਹੈ। ਸਾਡੇ ਸ਼ਬਦ ਮੁੱਕ ਜਾਂਦੇ ਨੇ, ਜਿਸ ਤੇ ਸਾਡੀ ਬੁੱਧੀ ਦੀ ਪਕੜ ਨਹੀਂ ਬੈਠਦੀ। ਉਹ ਵਾਲੀ ਚੀਜ਼ ਜਿਹੜੀ ਸਾਡੇ ਤੋਂ ਵੀ ਵੱਡੀ ਸਿੱਧ ਹੁੰਦੀ ਹੈ, ਸਾਨੂੰ ਖਤਮ ਕਰ ਦਿੰਦੀ ਹੈ, ਮਿਟਾ ਦਿੰਦੀ ਹੈ। ਜਦੋਂ ਸਾਡੀ ਯਾਦ ਭੁੱਲ ਜਾਏ, ਉਸ ਵਸਤੂ, ਉਸ ਵਿਚਾਰ, ਉਸ ਦ੍ਰਿਸ਼ ਨੂੰ ਦੇਖ ਕੇ ਆਪਣੇ ਆਪੇ ਦੀ ਯਾਦ ਭੁੱਲ ਜਾਏ, ਤੇ ਸਮਝ ਲਓ ਉਸ ਤੋਂ ਵਿਸਮਾਦ ਪੈਦਾ ਹੁੰਦਾ ਹੈ। ਆਮ ਤੌਰ ਤੇ ਇਸ ਤਰ੍ਹਾਂ ਵਿਸਮਾਦ ਦੇ ਬਾਰੇ ਕਿਹਾ ਜਾਂਦਾ ਹੈ। ਤੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਸਿਰਫ ਇਨਸਾਨਾਂ 'ਚ ਨਹੀਂ, ਪਸ਼ੂਆਂ ਦੇ ਵਿੱਚ ਵੀ ਇਹ ਚੀਜ਼ ਹੈ। ਜਿਵੇਂ ਹਿਰਨਾਂ ਦਾ ਆਵਾਜ਼ ਵੱਲ, ਸੰਗੀਤ ਵੱਲ ਖਿੱਚ ਜਾਣਾ, ਸੱਪਾਂ ਦਾ ਬੀਨ ਨਾਲ ਕੀਲੇ ਜਾਣਾ। ਹਾਲਾਂਕਿ ਸੱਪ ਦੇ ਕੰਨ ਨਹੀਂ ਹੁੰਦੇ ਕਿ ਉਹ ਬੀਨ ਦੀ ਆਵਾਜ਼ ਸੁਣ ਕੇ ਕੀਲੇ ਜਾਣ।
ਮੋਰਾਂ ਦਾ ਬਦਲਾਂ ਨੂੰ ਵੇਖ ਕੇ ਪੈਰ ਪਾਉਣਾ ਜਾਂ ਭੋਰਿਆਂ ਦਾ ਸੁਗੰਧੀ ਵਿੱਚ ਮਸਤ ਹੋ ਜਾਣਾ, ਪਤੰਗਿਆਂ ਦਾ ਅੱਗ ਦੀ ਲਾਟ ਤੇ ਸੜਨਾ, ਇਸ ਤਰ੍ਹਾਂ। ਇੱਕ ਤੇ ਆ ਹੈ ਵਿਚਾਰ ਜਿਹੜੀ ਆਮ ਤੌਰ ਤੇ ਵਿਦਵਾਨ ਦਿੰਦੇ ਨੇ, ਜਿੱਥੇ ਆਪੇ ਦੀ ਯਾਦ ਭੁੱਲ ਜਾਏ ਕਿਸੇ ਦ੍ਰਿਸ਼ ਨੂੰ, ਕਿਸੇ ਵਸਤੂਵਾਦਕ ਨੂੰ ਦੇਖ ਕੇ। ਇਹਦੇ ਨਾਲ ਹੀ ਕੁਝ ਭੁਲੇਖੇ ਵੀ ਜੁੜੇ ਹੋਏ ਨੇ। ਮੈਂ ਸੰਖੇਪ ਦੇ ਵਿੱਚ ਅਰਜ਼ ਕਰਦਿਆਂ, ਅਸੀਂ ਪਿੱਛੇ ਵਿਚਾਰ ਕਰ ਦਿੱਤੀ ਸੀ ਇਹ, ਜਿਵੇਂ ਐਸੀ ਚੀਜ਼ ਦੇਖਣੀ ਜਿਹਦੇ ਵਿੱਚੋਂ ਮਨ 'ਚ ਵਿਚਾਰ ਪੈਦਾ ਹੋਵੇ ਵੀ ਕਿੰਨਾ ਵੱਡਾ ਰਹੱਸ ਹੈ, ਕਿੰਨਾ ਵੱਡਾ ਭੇਤ ਹੈ, ਰਾਜ਼ ਹੈ ਕੁਦਰਤ ਦਾ, ਜਿਹੜਾ ਅਸੀਂ ਖੋਲ ਨਹੀਂ ਸਕਦੇ, ਆਨੰਦਿਤ ਹੀ ਹੋ ਸਕਦੇ ਹਾਂ ਦੇਖ ਕੇ। ਉਹਨੂੰ ਅਸੀਂ ਰਹੱਸ ਦਾ ਨਾਮ ਵੀ ਦੇ ਦਿੱਤਾ। ਅਸੀਂ ਕਹਿ ਦਿੱਤਾ ਰਹੱਸ, ਇਹ ਰਹੱਸਵਾਦ ਹੈ। ਜਿਹੜੀ ਚੀਜ਼ ਰਹੱਸ ਹੈ, ਜਿਹਨੂੰ ਅਸੀਂ ਜਾਣ ਹੀ ਨਹੀਂ ਸਕਦੇ, ਉਹਦਾ ਆਨੰਦ ਕਿਵੇਂ ਲਵਾਂਗੇ? ਜਿਹੜੀ ਹੈ ਹੀ ਚੀਜ਼ ਭੇਤ, ਰਹੱਸੀ ਹੈ, ਉਹਦਾ ਆਨੰਦ ਨਹੀਂ ਲਿਆ ਜਾ ਸਕਦਾ। ਗਿਲਾਸ ਦੇ ਵਿੱਚ ਇੱਕ ਲਾਲ ਰੰਗ ਦਾ ਪਾਣੀ ਪਿਆ, ਰਹੱਸ ਹੈ, ਇਹ ਕੀ ਹੈ? ਪਤਾ ਨਹੀਂ ਕੀ ਹੈ। ਤੇ ਜੇ ਪਤਾ ਹੀ ਨਹੀਂ ਕੀ ਹੈ, ਤੇ ਉਸ ਲਾਲ ਪਾਣੀ ਨੂੰ ਦੇਖ ਕੇ ਅਸੀਂ ਆਨੰਦਿਤ ਕਿਵੇਂ ਹੋ ਜਾਵਾਂਗੇ, ਵਿਸਮਾਦਿਤ ਕਿਵੇਂ ਹੋ ਜਾਵਾਂਗੇ? ਤੇ ਜਦੋਂ ਉਸ ਲਾਲ ਪਾਣੀ ਨੂੰ ਪੀ ਲਿਆ ਚੁੱਕ ਕੇ, ਰਹੱਸ ਖੁੱਲ ਗਿਆ, ਭੇਤ ਖੁੱਲ ਗਿਆ ਵੀ ਇਹ ਤੇ ਸ਼ਰਬਤ ਸੀ, ਇਹ ਤੇ ਸ਼ਰਬਤ ਸੀ, ਰਾਜ਼ ਖੁੱਲ ਗਿਆ, ਰਹੱਸ ਚਲਾ ਗਿਆ। ਹੁਣ ਰਹੱਸ ਨਹੀਂ ਰਿਹਾ। ਜਾਂ ਉਹ ਜਦ ਲਾਲ ਪਾਣੀ ਨੂੰ ਚੁੱਕ ਕੇ ਪੀਤਾ, ਉਹਦੇ ਵਿੱਚ ਸੀ ਜ਼ਹਿਰ, ਜਿਸ ਬੰਦੇ ਨੇ ਪੀਤਾ ਉਹ ਮਰ ਗਿਆ, ਰਹੱਸ ਖੁੱਲ ਗਿਆ, ਇਹ ਤੇ ਜ਼ਹਿਰ ਸੀ। ਜਾਂ ਸ਼ਰਬਤ ਸੀ, ਜਾਂ ਇਹ ਫਲਾਣੀ ਚੀਜ਼ ਸੀ, ਜਾਂ ਧਮਕੀ ਚੀਜ਼ ਸੀ। ਜਿੰਨਾ ਚਿਰ ਜਾਣਿਆ ਨਹੀਂ ਉਨਾ ਚਿਰ ਰਹੱਸ ਹੈ, ਜਿਹਦੇ ਬਾਰੇ ਜਾਣਕਾਰੀ ਨਹੀਂ ਉਹ ਰਹੱਸ ਹੈ। ਜਿਵੇਂ ਆਸਮਾਨ ਦੇ ਵਿੱਚ ਚੰਦਰਮਾ ਹੋਇਆ ਚਮਕਦਾ ਕਦੇ ਸਾਡੇ ਲਈ ਰਹੱਸ ਸੀ। ਕਿਸੇ ਨੇ ਕਹਿ ਦਿੱਤਾ ਰਿਸ਼ੀ ਹੈ, ਕਿਸੇ ਨੇ ਕਹਿ ਦਿੱਤਾ ਦੇਵਤਾ ਹੈ, ਕਿਸੇ ਨੇ ਕੁਝ, ਕਿਸੇ ਨੇ ਕੁਝ, ਰਹੱਸ ਸੀ। ਪਰ ਜਦੋਂ ਸਾਇੰਟਿਸਟਾਂ ਨੇ ਦੱਸ ਦਿੱਤਾ ਵੀ ਇਹ ਤੇ ਉਪਗ੍ਰਹਿ ਹੈ, ਸਾਡੀ ਧਰਤੀ ਵਰਗੀ ਜ਼ਮੀਨ ਹੈ ਬਸ, ਜਿਹੜੀ ਸੂਰਜ ਦੀ ਧੁੱਪ ਨਾਲ ਚਮਕਦੀ ਹੈ, ਰਹੱਸ ਖੁੱਲ ਗਿਆ। ਹੁਣ ਚੰਦਾ ਮਾਮਾ ਨਹੀਂ ਰਿਹਾ, ਚੰਦਾ ਕੋਈ ਦੇਵਤਾ ਨਹੀਂ ਰਿਹਾ, ਹੁਣ ਚੰਦਾ ਇੱਕ ਚੰਦ ਉਪਗ੍ਰਹਿ ਰਹਿ ਗਿਆ, ਰਹੱਸ ਨਹੀਂ ਰਿਹਾ। ਇਸ ਕਰਕੇ ਰਹੱਸਵਾਦ ਉਹ ਵਾਦ ਹੈ ਜਿਹਦੇ ਬਾਰੇ ਜਾਣਕਾਰੀ ਨਹੀਂ, ਅਸੀਂ ਨੂੰ ਰਹੱਸ ਕਹਿ ਦਿੱਤਾ, ਪਰ ਜਦੋਂ ਉਹ ਰਹੱਸ ਖੁੱਲ ਗਿਆ, ਜਾਣਕਾਰੀ ਮਿਲ ਗਈ, ਰਹੱਸ ਨਹੀਂ ਰਿਹਾ, ਫਿਰ ਰਹੱਸਵਾਦ ਨਹੀਂ ਰਿਹਾ। ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਸੀ ਉਹਨੂੰ ਰਹੱਸ ਦਾ ਨਾਮ ਦੇ ਦਿੱਤਾ। ਬ੍ਰਹਿਮੰਡ ਵਿੱਚ ਕਰੋੜਾਂ ਅਰਬਾਂ ਖਰਬਾਂ ਤਾਰੇ ਨੇ, ਸੂਰਜ ਮੰਡਲ ਨੇ, ਗਲੈਕਸੀਆਂ ਨੇ, ਰਹੱਸ ਹੈ ਨਾ। ਪਰ ਜਿਵੇਂ ਜਿਵੇਂ ਸਾਇੰਟਿਸਟ ਖੋਜ ਕੇ ਦੱਸ ਰਹੇ ਨੇ, ਰਹੱਸ ਖੁੱਲਦੇ ਚਲੇ ਜਾ ਰਹੇ ਨੇ, ਉਹ ਰਾਜ਼ ਖੁੱਲਦੇ ਚਲਦੇ ਜਾ ਰਹੇ ਨੇ। ਰਹੱਸਵਾਦ ਨਹੀਂ ਰਿਹਾ। ਰਹੱਸਵਾਦ ਜਿਹੜਾ ਰਹੱਸਮਈ ਨਹੀਂ ਰਿਹਾ, ਉਹਨਾਂ ਚਿਰ ਅਸੀਂ ਉਹਨੂੰ ਰਹੱਸ ਕਹਿ ਸਕਦੇ ਹਾਂ ਜਿੰਨਾ ਚਿਰ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ। ਤੇ ਜਦੋਂ ਇਨਫੋਰਮੇਸ਼ਨ ਮਿਲ ਜਾਂਦੀ, ਰਹੱਸ ਨਹੀਂ ਰਹਿ ਜਾਂਦਾ। ਫਿਰ ਉਹ ਕਾਹਦਾ ਵਿਸਮਾਦ, ਜਿਹੜਾ ਰਹੱਸ ਨੂੰ ਦੇਖ ਕੇ ਵਿਸਮਾਦ ਆਇਆ, ਜਦੋਂ ਰਹੱਸ ਖੁੱਲ ਗਿਆ ਤੇ ਵਿਸਮਾਦ ਉੱਡ ਗਿਆ। ਉਹ ਤੇ ਕੱਚਾ ਸੀ ਨਾ ਵਿਸਮਾਦ, ਉਹ ਤੇ ਵਿਸਮਾਦ ਝੂਠਾ ਸੀ ਕਿ ਰਹੱਸ ਖੁੱਲ ਗਿਆ, ਵਿਸਮਾਦ ਖਤਮ। ਚੰਦਰਮਾ ਵੱਲ ਦੇਖ ਕੇ ਵਿਸਮਾਦ ਪੈਦਾ ਹੋਇਆ, ਪਰ ਜਦੋਂ ਚੰਦਰਮਾ ਦੀ ਅਸਲੀਅਤ ਪਤਾ ਲੱਗੀ ਕਿ ਸਾਡੀ ਧਰਤੀ ਵਰਗੀ ਜ਼ਮੀਨ ਹੈ, ਵਿਸਮਾਦ ਵੀ ਉੱਡ ਗਿਆ। ਹੁਣ ਪਤਾ ਜੋ ਲੱਗ ਗਿਆ, ਕਿੱਥੇ ਗਿਆ ਰਹੱਸ ਹੁਣ? ਇਸ ਕਰਕੇ ਸਾਰੇ ਰਹੱਸ ਝੂਠੇ ਨੇ। ਉਹਨਾਂ ਚਿਰ ਰਹੱਸ ਨੇ ਜਿੰਨਾ ਚਿਰ ਸਾਡੇ ਕੋਲ ਉਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈ, ਜਾਣਕਾਰੀ ਨਹੀਂ ਹੈ। ਜਾਣਕਾਰੀ ਮਿਲ ਜਾਏ, ਰਹੱਸ ਖੁੱਲ ਜਾਏ, ਉਹ ਰਹੱਸਵਾਦ ਰਹੱਸ ਨਹੀਂ ਰਹਿੰਦਾ। ਇਸੇ ਤਰ੍ਹਾਂ ਅਧਿਆਤਮਵਾਦ, ਇਹ ਉਹ ਵਾਦ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜਿਹਨੂੰ ਸਿਰਫ ਸਾਧ ਸੰਤ ਜਾਣ ਸਕਦੇ ਨੇ, ਜਿਹਨੂੰ ਸਿਰਫ ਬ੍ਰਹਮ ਗਿਆਨੀ ਜਾਣ ਸਕਦਾ ਹੈ, ਜਿਹਨੂੰ ਗੁਰੂ ਸਾਹਿਬ ਜਾਣ ਸਕਦੇ ਨੇ, ਪੀਰ ਜਾਣ ਸਕਦੇ ਨੇ, ਭਗਤ ਜਾਣ ਸਕਦੇ ਨੇ, ਆਮ ਬੰਦਾ ਨਹੀਂ ਜਾਣ ਸਕਦਾ, ਅਸੀਂ ਤੁਸੀਂ ਨਹੀਂ ਜਾਣ ਸਕਦੇ। ਇਹ ਅਧਿਆਤਮਵਾਦ। ਫਿਰ ਅਧਿਆਤਮਵਾਦ ਆ ਗਿਆ ਕਿ ਅਧਿਆਤਮਵਾਦ ਨੂੰ ਸਿਰਫ ਜਿਹੜੇ ਨੇ ਰੱਬੀ ਰਹਿਬਰ ਹੀ ਜਾਣ ਸਕਦੇ ਨੇ, ਹੋਰ ਕੋਈ ਨਹੀਂ ਜਾਣ ਸਕਦਾ। ਔਰ ਜਿਹਨੇ ਅਧਿਆਤਮਵਾਦ ਨੂੰ ਮਾਣਿਆ, ਉਹਨੂੰ ਪਤਾ ਚੱਲਿਆ ਵਿਸਮਾਦ ਕੀ ਹੈ। ਇੱਕ ਆ ਵਿਚਾਰਧਾਰਾ, ਇਹ ਵੀ ਅੱਗੇ ਚੱਲ ਕੇ ਮੈਂ ਇਹਦੇ ਬਾਰੇ ਥੋੜੀ ਵਿਚਾਰ ਕਰਾਂਗਾ। ਹੁਣ ਅਧਿਆਤਮਵਾਦ ਦੇ ਵਿੱਚ ਕੁਝ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਬੜੀਆਂ ਡੂੰਘੀਆਂ ਹੁੰਦੀਆਂ ਨੇ। ਉਹਨਾਂ ਡੂੰਘੀਆਂ ਗੱਲਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਆਹ ਹੈ ਅਸਲੀ ਗਿਆਨ, ਆਹ ਹੈ ਅਧਿਆਤਮ। ਇਹ ਆਮ ਸੰਸਾਰੀ ਗੱਲ ਨਹੀਂ ਹੈ, ਲੋਕ ਪਰਲੋਕ ਦੀ ਗੱਲ ਹੈ, ਆਸਮਾਨਾਂ ਦੀ ਗੱਲ ਹੈ, ਇੱਕ ਕਲਪਨਾ ਦੀ ਦੁਨੀਆ ਦੀਆਂ ਗੱਲਾਂ ਨੇ, ਇੱਕ ਵੱਖਰੀ ਦੁਨੀਆ ਦੀ, ਵੱਖਰੇ ਸੰਸਾਰ ਦੀਆਂ ਗੱਲਾਂ ਨੇ, ਇਹ ਅੰਦਰ ਦੀ ਆਤਮਾ ਦੀਆਂ ਗੱਲਾਂ ਨੇ,
ਇਹ ਅੰਦਰ ਦੇ ਅਧਿਆਤਮ ਦੀ ਗੱਲ ਹੈ। ਉਹਨਾਂ ਗੱਲਾਂ ਨੂੰ ਅਧਿਆਤਮਵਾਦ ਦੀਆਂ ਗੱਲਾਂ ਕਹਿ ਕੇ ਕਿਹਾ ਜਾਂਦਾ ਹੈ ਅਸੀਂ ਵਿਸਮਾਦਤ ਹਾਂ ਇਹਨਾਂ ਚੀਜ਼ਾਂ ਦੇ ਵਿੱਚ, ਅਸੀਂ ਤੁਹਾਨੂੰ ਵੀ ਵਿਸਮਾਦਤ ਕਰ ਦਿਆਂਗੇ। ਅਧਿਆਤਮਵਾਦ ਦੀ ਗੱਲ ਵੀ ਬੜੀ ਝੂਠੀ ਹੈ। ਅਧਿਆਤਮਵਾਦ ਦੀ ਗੱਲ ਦੇ ਵਿੱਚ ਮੈਂ ਖੂਬਸੂਰਤ ਸ਼ਬਦਾਂ ਦਾ ਜਾਲ ਬੁਣ ਦਿਆਂਗਾ, ਇੱਕ ਤੇ ਇੱਕ ਮੋਤੀਆਂ ਵਰਗੇ ਸ਼ਬਦ ਪਰੋ ਕੇ ਤੁਹਾਡੇ ਮਨ ਨੂੰ ਐਸਾ ਵਿਸਮਾਦਤ ਕਰ ਦਿਆਂਗਾ, ਤੁਸੀਂ ਕਹੋਗੇ ਇਹੀ ਅਧਿਆਤਮਵਾਦ। ਪਰ ਉਹ ਜਿਹੜੀ ਮੈਂ ਗੱਲ ਕਰ ਰਿਹਾ ਵਾਂ ਉਹਦੇ ਪਿੱਛੇ ਮੇਰੀ ਕੀ ਭਾਵਨਾ ਹੈ? ਜਿਹੜੀ ਮੇਰੀ ਭਾਵਨਾ ਹੈ ਅਸਲ ਦੇ ਵਿੱਚ ਵੈਲਿਊ ਉਹਦੀ ਹੈ, ਉਸ ਲੱਛੇਦਾਰ ਗੱਲ ਦੀ ਨਹੀਂ। ਜਿਵੇਂ ਅਨੇਕਾਂ ਸਾਧ ਸੰਤ ਧਰਮੀ ਲੋਕ ਸਟੇਜਾਂ ਦੇ ਉੱਪਰ ਲੱਛੇਦਾਰ ਗੱਲਾਂ ਕਰ ਕਰਕੇ ਰੱਬ ਦੀਆਂ, ਸਵਰਗ ਦੀਆਂ, ਜੰਨਤ ਦੀਆਂ, ਬਹਿਸ਼ਤ ਦੀਆਂ, ਵੱਖਰੀ ਦੁਨੀਆ ਦੀਆਂ ਗੱਲਾਂ ਕਰ ਕਰਕੇ ਅਧਿਆਤਮਵਾਦ ਦੀ ਛਾਪ ਛੱਡਦੇ ਨੇ। ਆਹ ਹੈ ਅਸਲੀ ਅਧਿਆਤਮਵਾਦ। ਇੱਕ ਵੱਖਰੀ ਦੁਨੀਆ, ਇੱਕ ਵੱਖਰਾ ਸੰਸਾਰ ਤੇ ਉਹਦੀਆਂ ਗੱਲਾਂ, ਤੇ ਉਹਦੀਆਂ ਜਦੋਂ ਗੱਲਾਂ ਹੁੰਦੀਆਂ ਨੇ ਫਿਰ ਅੱਖਾਂ ਨਹੀਂ ਹੁੰਦੀਆਂ, ਫਿਰ ਸੂਰਜ ਚਮਕਦੇ ਨੇ ਅੱਖਾਂ ਦੀ ਥਾਂ ਤੇ, ਫਿਰ ਮੱਥੇ ਉੱਪਰ ਚੰਦਰਮੇ ਚਮਕਦੇ ਨੇ, ਫਿਰ ਜ਼ੁਬਾਨ ਚੋਂ ਗੱਲਾਂ ਨਹੀਂ ਨਿਕਲਦੀਆਂ, ਫੁੱਲ ਕਿਰਦੇ ਨੇ, ਸਾਹ ਵਿੱਚੋਂ ਸੁਗੰਧੀ ਨਿਕਲਦੀ ਹੈ। ਫਿਰ ਐਸੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਅਧਿਆਤਮਵਾਦ ਡੂੰਘੀਆਂ ਗੱਲਾਂ, ਪਰ ਉਹਦੇ ਪਿੱਛੇ ਭਾਵਨਾ ਕੀ ਹੈ? ਵੈਲਿਊ ਭਾਵਨਾ ਦੀ ਹੈ। ਹੁਣ ਮੈਂ ਤੁਹਾਡੇ ਨਾਲ ਵਿਚਾਰ ਕਰ ਰਿਹਾ ਹਾਂ, ਲੱਗਦਾ ਵੀ ਬੜੀ ਡੂੰਘੀ ਵਿਚਾਰ ਚੱਲ ਰਹੀ ਜੀ, ਅਧਿਆਤਮਵਾਦ ਦੀ ਵਿਚਾਰ ਚੱਲ ਰਹੀ ਹੈ, ਵਿਸਮਾਦ ਦੀ ਵਿਚਾਰ ਚੱਲ ਰਹੀ ਹੈ, ਪਰ ਇਹਦੇ ਪਿੱਛੇ ਭਾਵਨਾ ਕੀ ਚੱਲ ਰਹੀ ਹੈ? ਜੇ ਮੇਰੀ ਭਾਵਨਾ ਇਹ ਹੈ ਮੈਂ ਤੁਹਾਨੂੰ ਨੀਵਾਂ ਦਿਖਾਵਾਂ ਕਿ ਤੁਹਾਨੂੰ ਤੇ ਜੀ ਇਸ ਅਧਿਆਤਮਵਾਦ ਦਾ ਪਤਾ ਹੀ ਨਹੀਂ, ਵੱਖਰੀ ਦੁਨੀਆ ਦੀਆਂ ਗੱਲਾਂ ਸਿਰਫ ਮੈਂ ਕਰ ਸਕਦਾ, ਤੇ ਇਹ ਮੇਰੀਆਂ ਗੱਲਾਂ ਹੰਕਾਰ ਦੀਆਂ ਗੱਲਾਂ ਤੇ ਹੋ ਸਕਦੀਆਂ ਨੇ, ਅਧਿਆਤਮ ਦੀਆਂ ਨਹੀਂ ਹਨ। ਇਹ ਮੈਂ ਹੰਕਾਰ ਪੇਸ਼ ਕਰ ਰਿਹਾ, ਇਹਦੇ ਚ ਅਧਿਆਤਮਿਕ ਪੈਸੇ ਦਾ ਵੀ ਨਹੀਂ, ਟੁੱਟੀ ਦਵਾਨੀ ਦਾ ਵੀ ਇਹਦੇ ਚ ਅਧਿਆਤਮ ਨਹੀਂ ਹੈ। ਇਹ ਤੇ ਸਿਰਫ ਮੈਂ ਇਮੋਸ਼ਨਲ ਬਲੈਕਮੇਲ ਕਰ ਰਿਹਾ ਹਾਂ, ਇੱਕ ਵੱਖਰੀ ਦੁਨੀਆ ਦੱਸ ਕੇ ਗੁੰਮਰਾਹ ਕਰ ਰਿਹਾ ਹਾਂ, ਕਿਉਂਕਿ ਇਹਦੇ ਪਿੱਛੇ ਭਾਵਨਾ ਇਹ ਹੈ ਵੀ ਮੈਂ ਤੁਹਾਡੇ ਤੋਂ ਮਹਾਨ ਹਾਂ। ਇਹ ਅਧਿਆਤਮ ਨਹੀਂ, ਹੰਕਾਰ ਦੀ ਗੱਲ ਹੈ। ਜਾਂ ਮੈਂ ਵਿਸਮਾਦ ਦੀ ਗੱਲ ਕਰਾਂ ਤੇ ਮੈਂ ਗੁਰਬਾਣੀ ਨੂੰ ਇਸ ਤਰ੍ਹਾਂ ਪੇਸ਼ ਕਰਾਂ ਵੀ ਮੇਰੇ ਜਿੰਨੀ ਗੁਰਬਾਣੀ ਕਿਸੇ ਨੂੰ ਨਹੀਂ ਆਉਂਦੀ, ਜਾਂ ਮੈਂ ਵਿਆਕਰਨ ਦਾ ਘੂਟਾ ਲਾਈ ਜਾਵਾਂ ਵੀ ਇੱਥੇ ਇਹਦਾ ਅਰਥ ਇਹ ਬਣਨਾ, ਤਾਂ ਵੀ ਇਹਦੇ ਪਿੱਛੇ ਇੱਕ ਭਾਵਨਾ ਕੰਮ ਕਰ ਰਹੀ ਹੈ ਕਿ ਮੈਂ ਆਪਣੇ ਆਪ ਨੂੰ ਵਿਦਵਾਨ ਸਾਬਤ ਕਰ ਲਵਾਂ। ਜਾਂ ਇਹ ਵੀ ਭਾਵਨਾ ਹੋ ਸਕਦੀ ਵੀ ਮੈਂ ਵਿਹਲਾ ਹੀ ਸੀ, ਚਲੋ ਟਾਈਮ ਪਾਸ ਕਰ ਲੈਣਾ, ਤੁਹਾਡੇ ਨਾਲ ਥੋੜੀਆਂ ਗੱਲਾਂ ਕਰ ਲੈਣਾ, ਮੈਂ ਆਪਣਾ ਟਾਈਮ ਪਾਸ ਕਰ ਰਿਹਾ। ਜਾਂ ਮੇਰੇ ਅੰਦਰ ਇਹ ਵੀ ਭਾਵਨਾ ਹੋ ਸਕਦੀ ਹੈ, ਵਿਚਾਰ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਤਾਂ ਕੁਛ ਵੀ ਆਉਂਦਾ ਜਾਂਦਾ ਨਹੀਂ, ਇਹਨਾਂ ਦੀ ਗੱਲਾਂ ਸੁਣ ਕੇ ਤੇ ਦੇਖਾਂ ਕੀ ਕਹਿੰਦੇ ਨੇ, ਹੱਸ ਛੱਡਾਂਗਾ, ਚਲੋ ਇਸੇ ਬਹਾਨੇ ਥੋੜਾ ਹੌਸਲਾ ਆਂਗਾ। ਤਾਂ ਵੀ ਇਹਨਾਂ ਗੱਲਾਂ ਦੀ ਇੱਕ ਪੈਸੇ ਦੀ ਵੀ ਵੈਲਿਊ ਨਹੀਂ, ਇਹ ਅਧਿਆਤਮਵਾਦ ਦੀਆਂ ਗੱਲਾਂ ਨਹੀਂ ਹਨ। ਸਿਰਫ ਮੈਂ ਲੇਬਲ ਲਾਇਆ ਅਧਿਆਤਮਵਾਦ ਦਾ, ਅਸਲੀ ਵੈਲਿਊ ਜੋ ਮੈਂ ਗੱਲ ਕਰ ਰਿਹਾ ਉਹਦੇ ਪਿੱਛੇ ਭਾਵਨਾ ਕੀ ਹੈ? ਤੇ ਇੱਕ ਇਹ ਵੀ ਭਾਵਨਾ ਹੋ ਸਕਦੀ ਹੈ ਕਿ ਆਪ ਸਾਰੇ ਮੇਰੇ ਭਰਾ ਹੋ, ਮੇਰੀਆਂ ਭੈਣਾਂ ਹੋ, ਸੱਜਣ ਹੋ, ਮੇਰੇ ਮਿੱਤਰ ਹੋ, ਮੈਂ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਕਰ ਰਿਹਾ, ਮੈਂ ਕੁਝ ਵਿਚਾਰ ਜਾਣੇ ਨੇ, ਮੈਂ ਕੁਝ ਗੁਰਬਾਣੀ ਦੀ ਖੋਜ ਕੀਤੀ ਹੈ, ਮੈਂ ਕੁਝ ਗੁਰਬਾਣੀ ਦੇ ਸ਼ਬਦਾਂ ਨੂੰ ਜਾਣਿਆ, ਚਲੋ ਥੋੜੀ ਜਿਹੀ ਵਿਚਾਰ ਤੁਹਾਡੇ ਨਾਲ ਸਾਂਝ ਪਾ ਲਵਾਂ, ਤੁਹਾਡੇ ਤੋਂ ਵੀ ਕੁਝ ਵਿਚਾਰ ਸਿੱਖ ਲਾਂ। ਮਨੀ ਦਾ ਐਕਸਚੇਂਜ ਤੇ ਵਿਚਾਰਾਂ ਦੇ ਐਕਸਚੇਂਜ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਮਨੀ ਦਾ ਐਕਸਚੇਂਜ ਕੀ ਹੈ? ਮੇਰੇ ਕੋਲ 1 ਰੁਪਿਆ ਹੈ ਤੇ ਤੁਹਾਡੇ ਕੋਲ ਵੀ 1 ਰੁਪਿਆ ਹੈ, ਮੈਂ ਆਪਣਾ ਰੁਪਿਆ ਤੁਹਾਨੂੰ ਦੇ ਦਿੱਤਾ, ਤੁਹਾਡਾ ਰੁਪਿਆ ਮੈਂ ਲੈ ਲਿਆ, ਅਸੀਂ ਦੋਨਾਂ ਰੁਪਿਆ ਵਟਾ ਲਿਆ ਸੀ, ਰੁਪਿਆ ਅਸੀਂ ਐਕਸਚੇਂਜ ਕਰ ਲਿਆ। 1 ਰੁਪਿਆ ਮੈਂ ਤੁਹਾਨੂੰ ਦੇ ਦਿੱਤਾ, ਤੁਹਾਡਾ 1 ਰੁਪਿਆ ਮੈਂ ਲੈ ਲਿਆ। ਹੁਣ ਮੇਰੇ ਕੋਲ ਕੀ ਬਚਿਆ? 1 ਰੁਪਿਆ ਹੀ। ਤੁਹਾਡੇ ਕੋਲ ਕੀ ਬਚਿਆ? 1 ਰੁਪਿਆ। ਪਹਿਲਾਂ ਵੀ 1 ਹੀ ਸੀ, ਹੁਣ ਵੀ 1 ਹੈ। ਮਨੀ ਐਕਸਚੇਂਜ ਕੀਤੀ, ਮਨੀ ਵਟਾ ਲਈ, ਪੈਸਾ ਵਟਾ ਲਿਆ, ਬਦਲਾ ਲਿਆ ਇੱਕ ਦੂਜੇ ਨਾਲ, ਉਹਨੇ ਦਾ ਉਹਨੇ ਹੀ ਰਿਹਾ। ਪਰ ਇੱਕ ਵਿਚਾਰ ਮੇਰੇ ਕੋਲ ਹੈ, ਇੱਕ ਵਿਚਾਰ ਤੁਹਾਡੇ ਕੋਲ ਹੈ। ਹੁਣ ਅਸੀਂ ਵਿਚਾਰ ਵਟਾ ਲੈਂਦੇ ਹਾਂ। ਜਦੋਂ ਅਸੀਂ ਵਿਚਾਰ ਵਟਾਵਾਂਗੇ, ਤੁਸੀਂ ਆਪਣਾ ਵਿਚਾਰ ਮੈਨੂੰ ਦੱਸ ਦਿਓਗੇ, ਮੈਂ ਆਪਣਾ ਵਿਚਾਰ ਤੁਹਾਨੂੰ ਦੱਸ ਦਿਆਂਗਾ ਵੀ ਮੈਂ ਇੰਨਾ ਕੁ ਜਾਣਿਆ, ਮੈਂ ਇੱਥੇ ਤੱਕ ਪਹੁੰਚਿਆ, ਮੈਨੂੰ ਇੰਨੀ ਕੁ ਸਮਝ ਆਈ ਹੈ। ਮੈਂ ਆਪਣਾ ਵਿਚਾਰ ਤੁਹਾਡੇ ਅੱਗੇ ਰੱਖ ਦਿੱਤਾ, ਤੁਸੀਂ ਆਪਣਾ ਵਿਚਾਰ ਮੈਨੂੰ ਦੇ ਦਿੱਤਾ, ਅਸੀਂ ਵਿਚਾਰ ਬਦਲ ਲਏ। ਹੁਣ ਕੀ ਹੋਇਆ? ਕੀ ਬਚਿਆ ਸਾਡੇ ਕੋਲ? ਪਹਿਲਾਂ ਮੇਰੇ ਕੋਲ 1 ਵਿਚਾਰ ਸੀ, ਹੁਣ 2 ਹੋ ਗਏ। ਪਹਿਲਾਂ ਤੁਹਾਡੇ ਕੋਲ 1 ਵਿਚਾਰ ਸੀ, ਹੁਣ 2 ਹੋ ਗਏ। ਇੱਕ ਤੁਹਾਡਾ ਵਿਚਾਰ, ਇੱਕ ਮੇਰਾ ਵਿਚਾਰ। ਇਹ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ, ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਇਹ ਵਾਧਾ ਕਰਦਾ ਸਾਡੇ ਗਿਆਨ ਦੇ ਵਿੱਚ। ਹੁਣ ਇੱਕ ਆ ਵੀ ਭਾਵਨਾ ਹੈ ਕਿ ਜਿੰਨਾ ਕੁ ਮੈਂ ਜਾਣਿਆ ਗੁਰਬਾਣੀ ਨੂੰ, ਜਿੰਨਾ ਕੁ ਮੈਂ ਸਮਝਣ ਦਾ ਯਤਨ ਕੀਤਾ, ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਭਾਈ ਸਾਹਿਬ ਜੀ ਮੈਂ ਇੰਨਾ ਕੁ ਜਾਣਿਆ, ਮੈਨੂੰ ਇੰਨਾ ਕੁ ਪਤਾ ਲੱਗਿਆ। ਤੁਸੀਂ ਕਹੋਗੇ ਵੀ ਮੈਨੂੰ ਇੰਨਾ ਕੁ ਪਤਾ ਲੱਗਿਆ, ਅਸੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਲਿਆ। ਹੁਣ ਇਸ ਗੱਲ ਦੀ ਵੈਲਿਊ ਹੈ ਕਿ ਸਾਡਾ ਗਿਆਨ 'ਚ ਵਾਧਾ ਹੋ ਰਿਹਾ ਹੈ।
ਜਾਂ ਮੈਂ ਤੁਹਾਨੂੰ ਇਸ ਤਰੀਕੇ ਨਾਲ ਗਿਆਨ ਦੱਸ ਰਿਹਾ ਕਿ ਤੁਸੀਂ ਕੱਲ ਨੂੰ ਕੋਈ ਗਲਤ ਬਿਆਨਬਾਜ਼ੀ ਕਰਕੇ ਕਿਤੇ ਤੁਹਾਡੀ ਕੋਈ ਇਨਸਲਟ ਨਾ ਕਰ ਦੇ, ਤੁਸੀਂ ਗਲਤ ਬਿਆਨਬਾਜ਼ੀ ਨਾ ਕਰ ਦਿਓ, ਤੁਹਾਨੂੰ ਮੈਂ ਦੱਸ ਦੇਣਾ ਵੀ ਏਦਾਂ ਇਹਦਾ ਜਵਾਬ ਇਹ ਹੋ ਸਕਦਾ ਹੈ। ਜਾਂ ਤੁਸੀਂ ਮੈਨੂੰ ਕੋਈ ਗੱਲ ਦੱਸੀ ਕਿ ਭਾਈ ਸਾਹਿਬ ਜੀ ਇਹਨੂੰ ਇਸ ਤਰ੍ਹਾਂ ਠੀਕ ਕਰ ਲਿਓ ਤਾਂ ਕਿ ਤੁਹਾਡੀ ਬਾਅਦ ਚ ਕੋਈ ਇਨਸਲਟ ਨਾ ਕਰੇ ਵੀ ਤੁਸੀਂ ਗਲਤ ਸਾਬਤ ਹੋਵੋ, ਮੈਂ ਤੁਹਾਨੂੰ ਦੱਸ ਦਿੰਦਾ। ਹੁਣ ਇਹਦੇ ਪਿੱਛੇ ਮਹਾਨਤਾ ਹੈ। ਹੁਣ ਅਧਿਆਤਮਵਾਦ ਨਹੀਂ, ਇਹਦੇ ਪਿੱਛੇ ਮਹਾਨਤਾ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ, ਗਿਆਨ ਦਾ ਵਾਧਾ ਅਤੇ ਉਹਦੇ ਨਾਲ ਸਮਝ ਦਾ ਵੀ ਵਾਧਾ। ਇੱਕ ਹੈ ਆਹ ਅਧਿਆਤਮਵਾਦ, ਉਹ ਨਹੀਂ ਜਿਹਦੇ ਵਿੱਚ ਕਲਪਨਾ ਦੀਆਂ ਦੁਨੀਆ ਦੀਆਂ ਗੱਲਾਂ ਜਾਂ ਡੀਪ ਗੱਲਾਂ ਕਰਕੇ ਕਹਾਂ ਮੈਂ ਬੜੀ ਮਹਾਨ ਗੱਲਾਂ ਕਰ ਰਿਹਾ, ਬਲਕਿ ਪਿੱਛੇ ਮੇਰੀ ਭਾਵਨਾ ਕੀ ਹੈ, ਭਾਵਨਾ ਦੀ ਵੈਲਿਊ ਹੈ, ਗੱਲਬਾਤ ਦੀ ਕੋਈ ਵੈਲਿਊ ਨਹੀਂ। ਇਹਦੇ ਤੋਂ ਇਲਾਵਾ ਇੱਕ ਹੋਰ ਵਿਸਮਾਦ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਕੀ ਹੁੰਦਾ ਹੈ, ਐਸਾ ਵਿਸਮਾਦ ਕਿ ਮਨੋਂ ਜ਼ੁਬਾਨ ਦੇ ਵਿੱਚ ਰਸ ਚੁਹ ਰਿਹਾ, ਹੁਣ ਜ਼ੁਬਾਨ ਮਿੱਠੀ ਹੋ ਗਈ। ਜਾਂ ਐਸਾ ਵਿਸਮਾਦ ਅੱਖਾਂ ਦੇ ਨਾਲ ਹੁਣ ਚਾਰੇ ਪਾਸਿਓਂ ਮਨੋਂ ਜਿਵੇਂ ਰੱਬ ਫੁੱਲਾਂ ਦੀ ਵਰਖਾ ਕਰਦਾ ਹੈ, ਏਦਾਂ ਨਜ਼ਰ ਆ ਰਿਹਾ, ਸਵਰਗ ਦਿਸ ਰਿਹਾ, ਜੰਨਤ ਨਜ਼ਰ ਆ ਰਹੀ ਅੱਖਾਂ ਦੇ ਨਾਲ। ਹੁਣ ਅੱਖਾਂ ਨਾਲ ਜਿੱਧਰ ਵੀ ਦੇਖਦਾ ਵਾਂ ਉਧਰ ਮਨ ਰੱਬ ਹੀ ਰੱਬ ਨਜ਼ਰ ਆ ਰਿਹਾ ਹੈ। ਕੰਨਾਂ ਦੇ ਨਾਲ ਜਦੋਂ ਮੈਂ ਸੁਣਦਾ ਹਾਂ, ਮੈਨੂੰ ਮਿਊਜ਼ਿਕ ਦੀਆਂ, ਸੰਗੀਤ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ, ਸੰਗੀਤ ਹੀ ਸੰਗੀਤ ਮੈਨੂੰ ਸੁਣਾਈ ਦੇ ਰਿਹਾ, ਚਾਰੋਂ ਤਰਫ ਮਿਊਜ਼ਿਕ ਹੈ, ਸੰਗੀਤ ਹੈ, ਬਾਜੇ ਵੱਜ ਰਹੇ ਨੇ। ਅੱਖਾਂ ਦੇ ਅੱਗੇ ਜੋਤ ਚਮਕ ਰਹੀ ਹੈ, ਜਿਵੇਂ ਜੋਗੀ ਆਖਦੇ ਸੀ ਸਾਡੇ ਕੰਨ ਅਨੰਦ ਨਾਦ ਸੁਣਦੇ ਨੇ, ਸਾਡੀਆਂ ਅੱਖਾਂ ਉਸ ਜੋਤ ਦੇ ਦਰਸ਼ਨ ਕਰਦੀਆਂ ਨੇ। ਹੁਣ ਇੱਕ ਆ ਹੈ ਕਿ ਅਸੀਂ ਵਿਸਮਾਦਤ ਅਵਸਥਾ ਵਿੱਚ ਆ ਗਏ, ਜੀਭ ਬਿਲਕੁਲ ਮਿੱਠੀ ਹੋ ਗਈ, ਅੱਖਾਂ ਜੋਤ ਦੇਖਣ ਲੱਗ ਪਈਆਂ, ਕੰਨ ਅਨੰਦ ਨਾਦ ਸੁਣਨ ਲੱਗ ਪਏ ਨੇ, ਤੇ ਥੋੜੀ ਜਿਹੀ ਅੱਖਾਂ ਬੰਦ ਕਰਕੇ ਕਹੀ ਜਾਏ ਬੜੀ ਕਿਰਪਾ ਹੋ ਰਹੀ ਹੈ, ਬੜਾ ਆਨੰਦ ਆ ਰਿਹਾ ਹੈ, ਬੜੀ ਕਿਰਪਾ ਹੋ ਰਹੀ ਹੈ। ਹੁਣ ਇਹ ਕੀ ਚੀਜ਼ ਹੈ? ਜੇ ਅਸੀਂ ਇਹਨੂੰ ਵਿਸਮਾਦ ਮੰਨੀਏ ਤੇ ਮਨੋਵਿਗਿਆਨੀ ਆਖਦੇ ਨੇ ਵਿਸਮਾਦ ਇਹ ਵੀ ਨਹੀਂ ਹੈ, ਬਲਕਿ ਦੁੱਖ ਦਾ ਤੇ ਖੁਸ਼ੀ ਦਾ ਸੰਬੰਧ ਜਿਹੜਾ ਹੈ ਦਿਮਾਗ ਵਿੱਚ ਜਿਹੜੇ ਸਾਡੇ ਕੈਮੀਕਲ ਬਣਦੇ ਨੇ ਉਹਨਾਂ ਦੇ ਉੱਪਰ ਡਿਪੈਂਡਡ ਹੈ। ਦਿਮਾਗ ਵਿੱਚ ਬਣਨ ਵਾਲੇ ਜਿਹੜੇ ਵੱਖੋ ਵੱਖਰੇ ਕਿਸਮਾਂ ਦੇ ਹਾਰਮੋਨਸ ਨੇ, ਕੋਈ ਖਾਸ ਕਿਸਮ ਦਾ ਹਾਰਮੋਨ ਘਟਦਾ ਹੈ ਜਾਂ ਵੱਧਦਾ ਹੈ, ਬੈਲੈਂਸ ਨਹੀਂ ਰਹਿੰਦਾ, ਉਹਦੇ ਨਾਲ ਸੁੱਖ ਦੁੱਖ ਦੀਆਂ ਭਾਵਨਾਵਾਂ ਸਾਡੇ ਦਿਮਾਗ 'ਚ ਪੈਦਾ ਹੁੰਦੀਆਂ ਨੇ। ਬਹੁਤ ਸਾਰੀਆਂ ਚੀਜ਼ਾਂ ਨੇ, ਇਹਨਾਂ ਚੀਜ਼ਾਂ ਦੇ ਵਿੱਚ ਡੋਪਾਮੀਨ ਹੈ, ਆਕਸੀਟੋਸਿਨ ਹੈ, ਸੈਰੋਟੋਨਿਨ ਹੈ, ਐਂਡੋਰਫਿਨਸ ਹੈ। ਜਦੋਂ ਇਹ ਇੰਬੈਲੈਂਸ ਹੋ ਜਾਂਦੇ ਨੇ ਤੇ ਇਹਨਾਂ ਦੇ ਇੰਬੈਲੈਂਸ ਹੋਣ ਦੇ ਕਾਰਨ ਦਿਮਾਗ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਜਜ਼ਬਾਤ ਪੈਦਾ ਹੁੰਦੇ ਨੇ। ਉਦਾਹਰਨ ਦੇ ਤੌਰ ਤੇ ਕਿਸੇ ਦੀ ਜੀਭ ਕੌੜੀ ਹੋਣੀ ਸ਼ੁਰੂ ਹੋ ਗਈ, ਇੰਦਰਾ ਹੀ ਹੈ ਨਾ, ਤੇ ਕਹਿ ਦਿੱਤਾ ਵੀ ਹੁਣ ਬਿਮਾਰੀ ਹੈ, ਕਿਉਂਕਿ ਜੀਭ ਹੁਣ ਕੌੜੀ ਹੋਣ ਲੱਗ ਪਈ। ਜੀਭ ਕੌੜੀ ਹੋਣ ਲੱਗ ਪਈ, ਇਹਦਾ ਮਤਲਬ ਕੋਈ ਬਿਮਾਰੀ ਹੈ, ਰੋਗ ਹੈ। ਜਾਂ ਅੱਖਾਂ ਜਿਹੜੀਆਂ ਨੇ ਹੁਣ ਇਹ ਮਰੇ ਹੋਏ ਆਪਣੇ ਪੁਰਖਿਆਂ ਨੂੰ ਦੇਖਣ ਲੱਗ ਪਈਆਂ, ਜਾਂ ਮਰੇ ਹੋਏ ਮਿੱਤਰ ਨਜ਼ਰ ਆਉਣ ਲੱਗ ਪਏ, ਮਰੇ ਹੋਏ ਰਿਸ਼ਤੇਦਾਰ ਨਜ਼ਰ ਆਉਣ ਲੱਗ ਪਏ। ਅਸੀਂ ਕਹਿ ਦਿੱਤਾ ਵੀ ਹੁਣ ਇਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ। ਜਾਂ ਕੰਨ ਜਿਹੜੇ ਨੇ ਅਜੀਬ ਦੀਆਂ ਆਵਾਜ਼ਾਂ ਸੁਣਨ ਲੱਗ ਪਏ, ਰੋਣ ਦੀਆਂ ਆਵਾਜ਼ਾਂ, ਚੀਕਾਂ ਦੀਆਂ ਆਵਾਜ਼ਾਂ ਸੁਣਨ ਲੱਗ ਪਏ, ਅਸੀਂ ਕਹਿ ਦਿੱਤਾ ਇਹ ਮਾਨਸਿਕ ਤੌਰ ਤੇ ਹੁਣ ਬਿਮਾਰ ਹੋ ਗਿਆ। ਪਰ ਅਸੀਂ ਇਹਦਾ ਇੱਕ ਪੱਖ ਲਿਆ, ਇਹਦਾ ਇੱਕ ਦੂਜਾ ਪੱਖ ਵੀ ਹੈ। ਕਈ ਵਾਰੀ ਮਾਨਸਿਕ ਤੌਰ ਤੇ ਜਿਹੜੇ ਇਨਸਾਨ ਬਿਮਾਰ ਹੁੰਦੇ ਨੇ, ਉਹਨਾਂ ਦੇ ਹਾਰਮੋਨਸ ਜਦੋਂ ਗੜਬੜੀ ਹੁੰਦੀ ਹੈ, ਜਦੋਂ ਜਿਹੜੇ ਹਾਰਮੋਨਸ ਇਨਬੈਲੈਂਸ ਹੋ ਜਾਂਦੇ ਨੇ, ਤੇ ਜ਼ਰੂਰੀ ਨਹੀਂ ਵੀ ਦੁੱਖ ਹੀ ਪੈਦਾ ਕਰਨ, ਸੁੱਖ ਵੀ ਪੈਦਾ ਕਰ ਦਿੰਦੇ ਨੇ। ਜੀਭ ਮਿੱਠੀ ਹੋਣ ਲੱਗ ਜਾਂਦੀ ਹੈ, ਬੜੀ ਮਿੱਠੀ ਜੀ, ਤੇ ਆਮ ਤੌਰ ਤੇ ਸਮਝ ਲਿਆ ਜਾਂਦਾ ਵੀ ਹੁਣ ਇਹਦੀ ਜ਼ੁਬਾਨ ਤੋਂ ਜੀ ਅੰਮ੍ਰਿਤ ਰਸ ਚੋ ਰਿਹਾ ਹੈ, ਬੜੀ ਕਿਰਪਾ ਹੋ ਗਈ। ਕੁਝ ਐਸਾ ਵੀ ਹੋ ਸਕਦਾ ਵੀ ਨੱਕ ਚੋਂ ਬਦਬੂ ਹੀ ਆਈ ਹੈ, ਵੀ ਬਦਬੂ ਆ ਰਹੀ ਚਾਰੋਂ ਤਰਫ, ਦੁਰਗੰਧ ਹੈ, ਹੋਰਾਂ ਕਿਸੇ ਨੂੰ ਨਹੀਂ ਆਉਂਦੀ ਹੁੰਦੀ, ਸਿਰਫ ਉਹਨੂੰ ਆਉਂਦੀ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਹੈ। ਉਹਦਾ ਇੰਦਰਾ ਗਲਤ ਮੈਸੇਜ ਜਿਹੜਾ ਦਿਮਾਗ ਪਹੁੰਚਾ ਰਿਹਾ, ਵੀ ਇੰਦਰਾ ਨੱਕ ਦੇ ਰਿਹਾ ਮੈਸੇਜ ਹਾਲਾਂਕਿ ਦਿਮਾਗ ਹੀ ਦੇ ਰਿਹਾ ਹੁੰਦਾ ਹੈ ਕਿ ਬਦਬੂ ਬੜੀ ਆ ਰਹੀ ਹੈ। ਅਸੀਂ ਕਹਿੰਦੇ ਵੀ ਇਹਨੂੰ ਹੁਣ ਮਾਨਸਿਕ ਰੋਗ ਹੋ ਗਿਆ, ਪਰ ਐਸਾ ਵੀ ਹੋ ਸਕਦਾ ਹੈ ਕਿ ਖੁਸ਼ਬੂ ਹੀ ਆਈ ਜਾਏ, ਸੁਗੰਧੀ ਆਈ ਜਾਏ। ਜਦੋਂ ਮੈਂ ਅਨੇਕਾਂ ਸਾਧਾ ਸੰਤਾਂ ਦੀਆਂ ਕਹਾਣੀਆਂ ਪੜ੍ਹੀਆਂ, ਉਹਨਾਂ ਦੇ ਜੀਵਨ ਦੀਆਂ,
ਤੇ ਉਹਨਾਂ ਬਾਰੇ ਲਿਖਿਆ ਹੁੰਦਾ ਸੀ ਵੀ ਇਹ ਸਾਡੇ ਬਾਬਿਆਂ ਤੇ ਬਸ ਖੁਸ਼ਬੂ ਆਉਂਦੀ ਹੁੰਦੀ ਸੀ ਚਾਰੋਂ ਤਰਫ, ਸੁਗੰਧੀ ਆਣੀ ਉਹਨਾਂ ਦੇ। ਸਾਨੂੰ ਨਹੀਂ ਸੀ ਆਉਂਦੀ, ਸਿਰਫ ਬਾਬੇ ਨੂੰ ਆਉਂਦੀ ਸੀ। ਬਾਬਾ ਜੀ ਦੱਸਦੇ ਹੁੰਦੇ ਸੀ ਕਿ ਮੈਨੂੰ ਤਾਂ ਸੁਗੰਧੀ ਆਉਂਦੀ ਹੈ, ਮੈਨੂੰ ਤਾਂ ਖੁਸ਼ਬੂ ਹੀ ਚਾਰੋਂ ਪਾਸੇ ਨਜ਼ਰ ਆ ਰਹੀ ਹੈ, ਮੈਂ ਖੁਸ਼ਬੂ ਨੂੰ ਹੀ ਸੁੰਘ ਰਿਹਾ, ਜਾਂ ਮੇਰੀ ਜੀਭ ਚੋਂ ਅੰਮ੍ਰਿਤ ਰਸ ਚੋ ਰਿਹਾ, ਮੇਰੀ ਜੀਭ ਮਿੱਠੀ ਬੜੀ ਹੈ। ਜਾਂ ਕਿਸੇ ਨੇ ਹੱਸੀ ਜਾਣਾ, ਮੁਸਕਰਾਈ ਚਲੇ ਜਾਣਾ, ਹੱਸੀ ਜਾਣਾ, ਮੁਸਕਰਾਈ ਚਲੇ ਜਾਣਾ। ਜੇ ਰੋਣਾ ਇੱਕ ਮਾਨਸਿਕ ਬਿਮਾਰੀ ਹੈ ਤੇ ਬੇਵਜ੍ਹਾ ਹੱਸਣਾ ਵੀ ਤਾਂ ਬਿਮਾਰੀ ਹੈ ਨਾ। ਖਾਮ ਖਾਂ ਹੱਸੀ ਜਾਣਾ, ਖਾਮ ਖਾਂ ਕਹੀ ਜਾਣਾ ਚੜ੍ਹਦੀ ਕਲਾ, ਖਾਮ ਖਾਂ ਕਹੀ ਜਾਣਾ ਆਨੰਦ ਆ ਗਿਆ, ਖਾਮ ਖਾਂ ਥੋੜੀ ਜਿਹੀ ਅੱਖਾਂ ਖੋਲ ਕੇ ਸਿਰ ਜਾ ਸੁੱਟ ਕੇ ਬੜਾ ਆਨੰਦ, ਬੜੀ ਕਿਰਪਾ, ਕੰਮ ਕਰ ਵੀ ਛੱਡ ਦਿੱਤਾ, ਕਿਰਤ ਕਰਨੀ ਵੀ ਛੱਡ ਦਿੱਤੀ, ਪਰਿਵਾਰ ਦੇ ਸੰਭਾਲ ਜ਼ਿੰਮੇਵਾਰੀਆਂ ਵੀ ਛੱਡ ਦਿੱਤੀਆਂ, ਗ੍ਰਸਤ ਦੀਆਂ ਜ਼ਿੰਮੇਵਾਰੀ ਤੋਂ ਭਗੌੜਾ ਵੀ ਹੋ ਗਿਆ, ਹੁਣ ਸਾਧ ਬਣ ਗਿਆ, ਹੁਣ ਕਹੀ ਜਾਂਦਾ ਬੜਾ ਆਨੰਦ, ਬੜੀ ਕਿਰਪਾ। ਗੁਰੂ ਜੀ ਨੇ ਐਸੇ ਵਿਸਮਾਦ ਨੂੰ ਥਾਂ ਨਹੀਂ ਦਿੱਤੀ, ਐਸੇ ਵਿਸਮਾਦ ਨੂੰ ਪ੍ਰਵਾਨ ਨਹੀਂ ਕੀਤਾ। ਇਹ ਵਿਸਮਾਦ ਨਹੀਂ, ਬਿਮਾਰੀ ਹੈ। ਬਾਰ-ਬਾਰ ਹੱਥ ਧੋਈ ਜਾਣੇ ਜਿਵੇਂ ਵੀ ਬਿਮਾਰੀ ਹੈ। ਏਦਾਂ ਹੀ ਜ਼ੁਬਾਨ ਮਿੱਠੀ ਹੋਣੀ ਵੀ ਇੱਕ ਬਿਮਾਰੀ ਹੋ ਸਕਦੀ ਹੈ। ਬਿਨਾਂ ਵਜ੍ਹਾ ਖਾਮ ਖਾਂ ਸੁਗੰਧੀ ਆਈ ਜਾਣੀ, ਉਹ ਵੀ ਬਿਮਾਰੀ ਹੋ ਸਕਦੀ ਹੈ। ਖਾਮ ਖਾਂ ਹੱਸੀ ਜਾਣਾ, ਖਾਮ ਖਾਂ ਮੁਸਕਰਾਈ ਜਾਣਾ, ਉਹ ਵੀ ਬਿਮਾਰੀ ਹੋ ਸਕਦੀ ਹੈ। ਇਹਨੂੰ ਕਹਿੰਦੇ ਨੇ ਹੈਲੂਸੀਨੇਸ਼ਨ। ਹੈਲੂਸੀਨੇਸ਼ਨ ਤੁਸੀਂ ਗੂਗਲ ਦੇ ਉੱਪਰ ਸਰਚ ਕਰਕੇ ਦੇਖਿਓ। ਹੈਲੂਸੀਨੇਸ਼ਨ ਇੱਕ ਐਸੀ ਬਿਮਾਰੀ ਹੈ ਜਿਹਦੇ ਵਿੱਚ ਸਾਡੇ ਇੰਦਰੀ ਜੋ ਸਾਨੂੰ ਮੈਸੇਜ ਦਿੰਦੇ ਨੇ, ਦਿਮਾਗ ਉਹ ਮੈਸੇਜ ਨਹੀਂ ਲੈਂਦਾ, ਦਿਮਾਗ ਆਪਣਾ ਮੈਸੇਜ ਬਣਾ ਕੇ ਦੇ ਦਿੰਦਾ ਹੈ। ਨੱਕ ਲੈ ਰਿਹਾ ਹੋਵੇ ਦੁਰਗੰਧ, ਦਿਮਾਗ ਕਹਿੰਦਾ ਬੜੀ ਖੁਸ਼ਬੂ ਆ ਰਹੀ ਹੈ। ਨੱਕ ਲੈ ਰਿਹਾ ਹੋਵੇ ਸੁਗੰਧ ਤੇ ਦਿਮਾਗ ਕਵੇ ਬੜੀ ਬਦਬੂ ਆ ਰਹੀ ਹੈ। ਉਦੋਂ ਦਿਮਾਗ ਆਪਣੇ ਮੈਸੇਜ ਦੇਣੇ ਸ਼ੁਰੂ ਕਰ ਦਿੰਦਾ ਹੈ। ਜਾਂ ਜ਼ੁਬਾਨ ਹੋਵੇ ਕੌੜੀ ਤੇ ਦਿਮਾਗ ਮੈਸੇਜ ਦੇਵੇ ਬੜੀ ਮਿਠਾਸ ਹੈ। ਜਾਂ ਜ਼ੁਬਾਨ ਹੋਵੇ ਮਿੱਠੀ ਤੇ ਦਿਮਾਗ ਮੈਸੇਜ ਦੇਣ ਲੱਗ ਜਾਏ ਵੀ ਬੜੀ ਕੌੜੀ ਚੀਜ਼ ਹੈ ਜੀਭ ਦੇ ਉੱਪਰ ਰੱਖੀ ਹੋਈ, ਉਹਨੂੰ ਰੋਟੀ ਕੌੜੀ ਲੱਗਦੀ ਹੈ। ਬਿਮਾਰ ਬੰਦੇ ਨੂੰ ਰੋਟੀ ਕੌੜੀ ਲੱਗਦੀ ਹੈ ਕਿਉਂਕਿ ਦਿਮਾਗ ਜਿਹੜਾ ਮੈਸੇਜ ਦੇ ਰਿਹਾ। ਹੁਣ ਏਦਾਂ ਹੋ ਸਕਦਾ ਹੈ। ਮਤਲਬ ਕਿ ਹੈਲੂਸੀਨੇਸ਼ਨ ਨੂੰ ਅਸੀਂ ਵਿਸਮਾਦ ਦੀ ਅਵਸਥਾ ਦੇ ਨਾਲ ਨਹੀਂ ਜੋੜ ਸਕਦੇ। ਇੱਕ ਦਿਮਾਗੀ ਤੌਰ ਤੇ ਬਿਮਾਰੀ ਹੈ ਜਿਹਨੂੰ ਸਮਝਣ ਦੀ ਲੋੜ ਹੈ। ਫਿਰ ਵਿਸਮਾਦ ਹੈ ਕੀ? ਵਿਸਮਾਦ ਕੀ ਹੈ? ਜਿਵੇਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਵਿਸਮਾਦ ਦਾ ਤੇ ਕੋਈ ਸ਼ਬਦ ਹੀ ਨਹੀਂ ਹੈ, ਇਸ ਕਰਕੇ ਇੰਗਲਿਸ਼ ਵਿੱਚ ਹੈ ਹੀ ਨਹੀਂ ਸ਼ਬਦ। ਗੋਰਿਆਂ ਨੂੰ ਤੇ ਵਿਸਮਾਦ ਆਉਂਦਾ ਹੀ ਨਹੀਂ ਹੈ। ਕਿਉਂ ਨਹੀਂ ਆਉਂਦਾ? ਉਹਨਾਂ ਨੂੰ ਵੀ ਆਉਂਦਾ ਹੈ। ਵਿਸਮਾਦ ਉਹ ਅਵਸਥਾ ਹੈ ਜਿਹੜੀ ਖਾਸ ਉਮਰ ਨਹੀਂ ਦੇਖਦੀ ਕਿ ਬੱਚਾ ਹੈ, ਜਵਾਨ ਹੈ, ਕਿ ਬਜ਼ੁਰਗ ਹੈ, ਆਦਮੀ ਹੈ ਕਿ ਔਰਤ ਹੈ। ਵਿਸਮਾਦ ਉਹ ਅਵਸਥਾ ਹੈ ਕਿਸੇ ਖਾਸ ਥਾਂ ਕਰਕੇ ਨਹੀਂ ਹੁੰਦੀ ਹੈ ਕਿ ਪਹਾੜਾਂ ਤੇ ਜਾਵਾਂਗੇ ਤਾਂ ਹੀ ਅਸੀਂ ਦ੍ਰਿਸ਼ ਦੇਖ ਕੇ ਵਿਸਮਾਦਿਤ ਹੋਵਾਂਗੇ, ਸਮੁੰਦਰ ਨੂੰ ਦੇਖ ਕੇ ਵਿਸਮਾਦ ਆਏਗਾ, ਝਰਨਿਆਂ ਨੂੰ ਝਰਦਾ ਦੇਖ ਕੇ ਹੀ ਵਿਸਮਾਦ ਆਏਗਾ, ਖਾਸ ਦ੍ਰਿਸ਼ ਨੂੰ ਦੇਖ ਕੇ ਵਿਸਮਾਦ ਆਏਗਾ। ਨਾ ਤੇ ਵਿਸਮਾਦ ਖਾਸ ਥਾਂ ਮੰਗਦਾ ਹੈ, ਨਾ ਖਾਸ ਉਮਰ ਮੰਗਦਾ ਹੈ, ਨਾ ਖਾਸ ਉਪਾਧੀ ਮੰਗਦਾ ਹੈ। ਕੋਈ ਸਾਧ ਸੰਤ ਭਗਤ ਹੋਏਗਾ ਤੇ ਉਹਨੂੰ ਵਿਸਮਾਦ ਆਏਗਾ, ਐਸਾ ਵੀ ਨਹੀਂ। ਵਿਸਮਾਦ ਕਿਸੇ ਨੂੰ ਵੀ ਆ ਸਕਦਾ ਹੈ, ਬੱਚੇ ਨੂੰ ਵੀ ਵਿਸਮਾਦ ਆ ਸਕਦਾ ਹੈ, ਬਜ਼ੁਰਗ ਨੂੰ ਵੀ ਆ ਸਕਦਾ ਹੈ। ਵਿਸਮਾਦ ਆਦਮੀ ਨੂੰ ਵੀ ਆ ਸਕਦਾ ਹੈ, ਔਰਤ ਨੂੰ ਵੀ ਆ ਸਕਦਾ ਹੈ। ਉਹਦੇ ਲਈ ਸਾਧ ਸੰਤ ਭਗਤ ਦੀ ਅਵਸਥਾ ਦੀ ਪਹੁੰਚਣ ਦੀ ਲੋੜ ਨਹੀਂ, ਸਿਰਫ ਸੋਚ ਬਦਲ ਜਾਏ। ਇੱਕ ਸੜਕ ਤੇ ਮਿੱਟੀ ਪਾਣ ਵਾਲਾ ਮਜ਼ਦੂਰ ਤੋਂ ਲੈ ਕੇ ਇੱਕ ਤਖਤ ਤੇ ਬਹਿਣ ਵਾਲਾ ਬਾਦਸ਼ਾਹ ਤੱਕ ਵਿਸਮਾਦਿਤ ਹੋ ਸਕਦੇ ਨੇ। ਸੋਚ ਬਦਲ ਜਾਏ ਬਸ। ਖਾਸ ਦ੍ਰਿਸ਼ਾਂ ਦੀ ਲੋੜ ਨਹੀਂ ਕਿ ਬਰਫਾਂ ਲੱਦੇ ਪਹਾੜ ਹੋਣ, ਕਲ-ਕਲ ਵਗਦੇ ਝਰਨੇ ਉਹਨਾਂ ਦੇ ਵਿੱਚ ਹੋਣ ਤਾਂ ਹੀ ਦੇਖ ਕੇ ਵਿਸਮਾਦ ਆਏਗਾ। ਜਿਹਨੇ ਵਿਸਮਾਦ ਲੈਣਾ ਹੈ ਉਹ ਤੱਤੀ ਤਵੀ ਤੇ ਬੈਠ ਕੇ ਵੀ ਲਈ ਜਾਂਦਾ ਹੈ। ਸੀਸ ਤੇ ਗਰਮ ਰੇਤ ਦੇ ਕੜਛੇ ਪੈ ਰਹੇ ਨੇ ਤਾਂ ਵੀ ਵਿਸਮਾਦ ਹੈ। ਤੇ ਵਿਸਮਾਦ ਨੂੰ ਤੁਸੀਂ ਹੈਰਾਨੀ ਕਹਿ ਲਓ, ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੀ ਇਹਦਾ ਤੇ ਸ਼ਬਦ ਹੀ ਕੋਈ ਨਹੀਂ ਬਣਿਆ। ਤੁਸੀਂ ਇਹਨੂੰ ਹੈਰਾਨੀ ਕਹਿ ਲਓ, ਅਦਭੁਤ ਕਹਿ ਲਓ, ਇਹਨੂੰ ਇੰਗਲਿਸ਼ ਵਿੱਚ ਵੰਡਰਫੁਲ ਕਹਿ ਲਓ, ਕੋਈ ਫਰਕ ਨਹੀਂ ਪੈਂਦਾ, ਇੱਕੋ ਹੀ ਚੀਜ਼ ਹੈ। ਵਿਸਮਾਦ ਅਸੀਂ ਆਪਣੀ ਗੁਰਬਾਣੀ ਦੀ ਭਾਸ਼ਾ 'ਚ ਕਹਿ ਦਿੱਤਾ, ਜਾਂ ਹੈਰਾਨੀ ਕਹਿ ਦਿੱਤਾ, ਅਸਚਰਜਤਾ ਕਹਿ ਦਿੱਤਾ। ਗੁਰਬਾਣੀ 'ਚ ਅਸਚਰਜ ਸ਼ਬਦ ਵੀ ਆਇਆ ਬਹੁਤ ਵਾਰ। ਹੈਰਾਨੀ, ਅਸਚਰਜ, ਅਦਭੁਤ, ਤੇ ਉਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਵੰਡਰਫੁਲ ਕਹਿ ਦਿਓ। ਹੁਣ ਇਹ ਹੈ ਕੀ ਚੀਜ਼? ਇਹ ਕਿਹੜੀ ਚੀਜ਼ ਹੈ ਜਿਹੜੀ ਕਿਸੇ ਨੂੰ ਵੀ ਆ ਸਕਦੀ ਹੈ, ਕਿਸੇ ਸਥਾਨ ਤੇ ਵੀ ਆ ਸਕਦੀ ਹੈ ਅਵਸਥਾ? ਇਹ ਹੈ ਸਾਡਾ ਨਜ਼ਰੀਆ। ਅਸੀਂ ਕਿਸ ਨਜ਼ਰੀਏ ਦੇ ਨਾਲ ਸੰਸਾਰ ਨੂੰ ਦੇਖਦੇ ਹਾਂ, ਉਹ ਨਜ਼ਰੀਆ ਸਾਡੀ ਇਮੇਜ ਨੂੰ ਚੇਂਜ ਕਰੇਗਾ। ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਨੂੰ ਵੇਖਣ ਦਾ ਇੱਕ ਵੱਖਰਾ ਨਜ਼ਰੀਆ ਦੇ ਦਿੱਤਾ, ਔਰ ਜਿਹੋ ਜਿਹਾ ਮਨੁੱਖ ਵੇਖਦਾ ਹੈ ਨਾ, ਉਹੋ ਜਿਹਾ ਉਹਨੂੰ ਸੰਸਾਰ ਨਜ਼ਰ ਆਉਂਦਾ ਹੈ।
ਜਿਹਾ ਵੇਖੇ ਤਿਹਾ ਵੇਖ। ਜਿਹੋ ਜਿਹਾ ਕੋਈ ਵੇਖਦਾ ਹੈ ਉਹੋ ਜਿਹਾ ਸੰਸਾਰ ਉਹਨੂੰ ਨਜ਼ਰ ਆਉਂਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਸਿਨੇਮਾ 'ਚ ਫਿਲਮ ਦੇਖ ਰਹੇ ਹੋ, ਸਾਹਮਣੇ ਪਰਦੇ ਦੇ ਉੱਪਰ ਸੀਨ ਚੱਲ ਰਹੇ ਨੇ। ਜਦੋਂ ਖੁਸ਼ੀ ਦੇ ਸੀਨ ਆਉਂਦੇ ਨੇ ਲੋਕ ਹੱਸ ਪੈਂਦੇ ਨੇ, ਲੋਕ ਖੁਸ਼ੀ ਵਿੱਚ ਨੱਚਣਾ ਸ਼ੁਰੂ ਕਰ ਦਿੰਦੇ ਨੇ, ਸੀਟੀਆਂ ਮਾਰਨ ਲੱਗ ਜਾਂਦੇ ਨੇ। ਜਦੋਂ ਪਰਦੇ ਦੇ ਉੱਪਰ ਦੁਖਦਾਈ ਸੀਨ ਆਉਂਦੇ ਨੇ ਲੋਕ ਇਮੋਸ਼ਨਲ ਹੋ ਜਾਂਦੇ ਨੇ, ਇਮੋਸ਼ਨਲ ਹੋ ਕੇ ਰੋਣ ਲੱਗ ਜਾਂਦੇ ਨੇ, ਅੱਖਾਂ 'ਚ ਹੰਝੂ ਆ ਜਾਂਦੇ ਨੇ। ਹੁਣ ਪਰਦਾ ਆਪਣੇ ਆਪ 'ਚ ਕੁਝ ਵੀ ਨਹੀਂ ਹੈ, ਉਹ ਤਾਂ ਇੱਕ ਕੱਪੜਾ ਹੈ, ਇੱਕ ਦੀਵਾਰ ਹੈ, ਤੇ ਕੱਪੜੇ ਦਾ ਟੁਕੜਾ ਹੈ ਬਸ। ਪਰਦਾ ਆਪਣੇ ਆਪ 'ਚ ਕੁਝ ਨਹੀਂ। ਪਰਦੇ ਉੱਪਰ ਜੋ ਨਜ਼ਰ ਆ ਰਿਹਾ ਹੈ ਉਹ ਜੋ ਪਿੱਛੇ ਪ੍ਰੋਜੈਕਟਰ ਹੈ ਉਹਦੇ ਵਿੱਚੋਂ ਆ ਰਿਹਾ ਹੈ। ਪ੍ਰੋਜੈਕਟਰ ਤੁਹਾਡੀ ਪਿੱਠ ਵੱਲ ਹੈ ਤੇ ਜਿੱਧਰ ਤੁਹਾਡਾ ਮੂੰਹ ਉਧਰ ਪਰਦਾ ਹੈ, ਤੇ ਜੋ ਪ੍ਰੋਜੈਕਟਰ ਤੋਂ ਚਲਾਇਆ ਜਾਏਗਾ ਪਰਦੇ ਉੱਪਰ ਉਹੀ ਨਜ਼ਰ ਆਏਗਾ। ਇਹ ਸੰਸਾਰ ਤੇ ਇੱਕ ਪਰਦਾ ਹੈ, ਇਹਦੇ ਸਾਹਮਣੇ ਭਾਵੇਂ ਬਰਫ਼ਾਂ ਲੱਦੇ ਪਹਾੜ ਹੋਣ, ਭਾਵੇਂ ਉਬਲਦੀ ਦੇਗ ਉਬਾਲੇ ਖਾਂਦੀ ਹੋਵੇ, ਤੁਹਾਡਾ ਨਜ਼ਰੀਆ ਕੀ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ। ਲੋਕ ਪਹਾੜਾਂ ਤੇ ਜਾ ਕੇ ਵੀ ਦੁਖੀ ਹੋ ਜਾਂਦੇ ਨੇ, ਬੋਰ ਹੋ ਜਾਂਦੇ ਨੇ, ਉੱਥੇ ਜਾ ਕੇ ਵੀ ਸ਼ਿਕਾਇਤਾਂ ਕਰੀ ਜਾਂਦੇ ਨੇ। ਉਹਨਾਂ ਦਾ ਨਜ਼ਰੀਆ ਹੀ ਐਸਾ ਹੈ, ਕਿਉਂਕਿ ਪਿੱਛੇ ਪ੍ਰੋਜੈਕਟਰ ਜਿਹੜਾ ਹੈ ਨਾ ਉਹ ਦੁੱਖ ਨੂੰ ਪਰਦੇ ਉੱਪਰ ਸੁੱਟ ਰਿਹਾ ਹੈ। ਸੰਸਾਰ ਇੱਕ ਪਰਦਾ ਹੈ, ਸੰਸਾਰ ਆਪਣੇ ਆਪ 'ਚ ਕੁਝ ਨਹੀਂ, ਪ੍ਰੋਜੈਕਟਰ ਸਾਡੇ ਅੰਦਰ ਲੱਗਿਆ ਹੋਇਆ ਹੈ। ਤੇ ਜਿਹੋ ਜਿਹਾ ਸਾਡੇ ਅੰਦਰ ਪ੍ਰੋਜੈਕਟਰ ਹੈ, ਜੋ ਸਾਡੀ ਸੋਚ ਵਿੱਚ ਚੱਲ ਰਿਹਾ ਹੈ, ਜੋ ਸਾਡੀ ਮੈਂਟੈਲਿਟੀ ਵਿੱਚ ਚੱਲ ਰਿਹਾ ਹੈ, ਜੋ ਸਾਡੀ ਮਾਨਸਿਕਤਾ ਵਿੱਚ ਚੱਲ ਰਿਹਾ ਹੈ, ਉਹੋ ਜਿਹਾ ਸਾਨੂੰ ਸੰਸਾਰ ਨਜ਼ਰ ਹੀ ਪੈਂਦਾ ਹੈ। ਅਸੀਂ ਸ਼ੱਕੀ ਹਾਂ, ਸਾਨੂੰ ਸਾਰੇ ਸ਼ੱਕੀ ਨਜ਼ਰ ਆਉਂਦੇ ਨੇ, ਸਾਰੇ ਦੁਸ਼ਮਣ ਹੀ ਨਜ਼ਰ ਆਉਂਦੇ ਨੇ। ਅਸੀਂ ਪ੍ਰੇਮ ਨਾਲ ਭਰੇ ਹਾਂ, ਦੁਸ਼ਮਣ ਦੇ ਵਿੱਚੋਂ ਵੀ ਅਸੀਂ ਰੱਬ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਜਿੱਦਾਂ ਦੇ ਅਸੀਂ ਹਾਂ ਉਦਾਂ ਦਾ ਸਾਨੂੰ ਸੰਸਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਪ੍ਰੋਜੈਕਟਰ ਸਾਡੇ ਅੰਦਰ ਹੈ, ਜੋ ਸਾਡੇ ਅੰਦਰ ਸੋਚ ਚੱਲ ਰਹੀ ਹੈ, ਉਸ ਸੋਚ ਦਾ ਪ੍ਰੋਜੈਕਸ਼ਨ ਜਿਹੜਾ ਸੰਸਾਰ ਰੂਪੀ ਪਰਦੇ ਤੇ ਪੈ ਰਿਹਾ ਹੈ। ਜੋ ਅਸੀਂ ਅੰਦਰ ਸੋਚ ਰਹੇ ਹਾਂ ਸਾਨੂੰ ਉਹੋ ਜਿਹਾ ਸੰਸਾਰ ਨਜ਼ਰ ਆ ਰਿਹਾ ਹੈ। ਇਸ ਕਰਕੇ ਸਾਨੂੰ ਸਾਰੇ ਆਪਣੇ ਵਰਗੇ ਹੀ ਦਿਸਦੇ ਨੇ। ਜੇ ਮੈਨੂੰ ਕੋਈ ਚੋਰ ਨਜ਼ਰ ਆ ਰਿਹਾ ਹੈ ਇਹਦਾ ਮਤਲਬ ਮੈਂ ਕਿਤੇ ਨਾ ਕਿਤੇ ਚੋਰ ਹਾਂ। ਜੇ ਮੈਨੂੰ ਕੋਈ ਧਰਮੀ ਪਿਆਰਾ ਮਿੱਠਾ ਨਜ਼ਰ ਆ ਰਿਹਾ ਹੈ ਤੇ ਕਿਤੇ ਨਾ ਕਿਤੇ ਮੇਰੇ ਅੰਦਰ ਮਿਠਾਸ ਹੈ। ਦੋ ਛੋਟੇ ਬੱਚੇ ਖੇਡ ਰਹੇ ਸਨ ਬਾਗ ਦੇ ਵਿੱਚ, ਇੱਕ ਬੱਚਾ ਸੀ ਇੱਕ ਬੱਚੀ ਸੀ, ਤੇ ਬੱਚੇ ਦੇ ਕੋਲ ਰੰਗ ਬਿਰੰਗੇ ਪੱਥਰ ਸਨ ਤੇ ਬੱਚੀ ਦੇ ਕੋਲ ਬਹੁਤ ਸਾਰੀਆਂ ਚਾਕਲੇਟਸ ਸਨ, ਛੋਟੀਆਂ ਚਾਕਲੇਟਸ, ਵੱਡੀਆਂ ਚਾਕਲੇਟਸ, ਟੌਫੀਆਂ ਸਨ। ਉਸ ਬੱਚੇ ਦੇ ਮਨ 'ਚ ਲਾਲਚ ਆ ਗਿਆ, ਕਹਿਣ ਲੱਗਾ ਇਸ ਤਰ੍ਹਾਂ ਕਰਦੇ ਆ, ਆਹ ਮੇਰੇ ਰੰਗ ਬਿਰੰਗੇ ਪੱਥਰ ਤੂੰ ਲੈ ਲੈ, ਆਪਣੀਆਂ ਸਾਰੀਆਂ ਚਾਕਲੇਟ ਤੇ ਟੌਫੀਆਂ ਤੂੰ ਮੈਨੂੰ ਦੇ ਦੇ। ਉਹ ਬੱਚੀ ਬੜੀ ਭੋਲੀ ਸੀ, ਕਹਿਣ ਲੱਗੀ ਠੀਕ ਹੈ। ਉਹਨੇ ਆਪਣੀਆਂ ਚਾਕਲੇਟਸ ਟਾਫੀਆਂ ਜਿਹੜੀਆਂ ਸੀ ਉਸ ਛੋਟੇ ਬੱਚੇ ਲੜਕੇ ਨੂੰ ਦੇ ਦਿੱਤੀਆਂ, ਲੜਕੇ ਤੋਂ ਰੰਗ ਬਿਰੰਗੇ ਪੱਥਰ ਲੈ ਲਏ। ਲੜਕੀ ਵੀ ਸ਼ਾਮ ਨੂੰ ਘਰ ਆ ਗਈ, ਲੜਕਾ ਵੀ ਸ਼ਾਮ ਨੂੰ ਆਪਣੇ ਘਰ ਚਲਾ ਗਿਆ। ਲੜਕੀ ਤੇ ਰਾਤ ਨੂੰ ਆਰਾਮ ਨਾਲ ਸੌਂ ਗਈ। ਲੜਕਾ ਇਹਨੇ ਜਦੋਂ ਆਪਣੇ ਪੱਥਰ ਦਿੱਤੇ ਸਨ ਲੜਕੀ ਨੂੰ, ਇੱਕ ਕੀਮਤੀ ਵੱਡਾ ਪੱਥਰ ਉਹਨੇ ਲੁਕੋ ਲਿਆ ਸੀ, ਉਹ ਨਹੀਂ ਸੀ ਦਿੱਤਾ। ਵਾਦਾ ਇਹ ਕੀਤਾ ਸੀ ਵੀ ਦੋਨੋਂ ਆਪਣੀਆਂ ਸਾਰੀਆਂ ਚੀਜ਼ਾਂ ਦੇਣਗੇ, ਕਿ ਲੜਕੀ ਸਾਰੀਆਂ ਚਾਕਲੇਟ ਸਾਰੀਆਂ ਟੌਫੀਆਂ ਦੇਗੀ ਤੇ ਮੈਂ ਸਾਰੇ ਪੱਥਰ ਦਵਾਂਗਾ। ਲੜਕੀ ਨੇ ਤੇ ਸਾਰੀਆਂ ਚਾਕਲੇਟ ਤੇ ਟੌਫੀਆਂ ਦੇ ਦਿੱਤੀਆਂ, ਪਰ ਲੜਕੇ ਨੇ ਇੱਕ ਪੱਥਰ, ਵੱਡਾ ਪੱਥਰ ਜਿਹੜਾ ਲੁਕੋ ਲਿਆ ਸੀ, ਬਾਕੀ ਪੱਥਰ ਦੇ ਦਿੱਤੇ ਉਹਨੇ। ਤੇ ਲੜਕੀ ਤੇ ਆਰਾਮ ਨਾਲ ਜਾ ਕੇ ਘਰ ਸੌਂ ਗਈ। ਹੁਣ ਲੜਕਾ ਜਦੋਂ ਬੈੱਡ ਤੇ ਜਾ ਕੇ ਲੇਟਿਆ, ਉਹਦੇ ਮਨ 'ਚ ਵਿਚਾਰ ਆਈ, ਮੈਨੂੰ ਲੱਗਦਾ ਹੈ ਕਿ ਉਸ ਲੜਕੀ ਨੇ ਇੱਕ ਚਾਕਲੇਟ ਲੁਕਾ ਲਈ ਹੈ, ਜਿਹੜੀ ਵੱਡੀ ਵਾਲੀ ਚਾਕਲੇਟ ਹੈ ਨਾ ਉਹਨੇ ਲੁਕਾ ਲਈ, ਉਹ ਨਹੀਂ ਉਹਨੇ ਮੈਨੂੰ ਦਿੱਤੀ। ਕਿਉਂਕਿ ਚੋਰ ਉਹਦੇ ਮਨ 'ਚ ਸੀ ਨਾ, ਕਿਉਂਕਿ ਉਹਨੇ ਪੱਥਰ ਲੁਕਾਇਆ। ਹੁਣ ਸੋਚਦਾ ਸ਼ਾਇਦ ਉਹਨੇ ਵੀ ਲੁਕਾਇਆ ਹੋਏਗਾ। ਜਿਹਦੇ ਮਨ ਵਿੱਚ ਚੋਰ ਸੀ ਹੁਣ ਰਾਤ ਨੂੰ ਸੌਂ ਨਹੀਂ ਰਿਹਾ, ਉਹ ਸਾਰੀ ਰਾਤ ਜਾਗ ਕੇ ਸੋਚਦਾ ਰਿਹਾ ਵੀ ਉਹਨੇ ਵੱਡੀ ਚਾਕਲੇਟ ਲੁਕਾ ਲਈ, ਉਹ ਨਹੀਂ ਮੈਨੂੰ ਦਿੱਤੀ, ਲੁਕਾਇਆ ਆਪ ਹੈ ਪੱਥਰ। ਜਿਹੋ ਜਿਹੀ ਉਹਦੀ ਸੋਚ ਹੈ ਉਹਨੂੰ ਦੂਜਿਆਂ 'ਚ ਉਹ ਨਜ਼ਰ ਆ ਰਿਹਾ ਹੈ। ਜਿਵੇਂ ਕਹਿੰਦੇ ਫਲਾਣੇ ਨੇ ਮੈਨੂੰ ਧੋਖਾ ਦਿੱਤਾ ਹੈ, ਕਿਤੇ ਇਹ ਤਾਂ ਨਹੀਂ ਮੈਂ ਕਿਸੇ ਨਾਲ ਧੋਖਾ ਕਰ ਰਿਹਾ, ਫਲਾਣਾ ਮੈਨੂੰ ਚੀਟ ਕਰ ਰਿਹਾ ਹੈ, ਕਿਤੇ ਇਹ ਤਾਂ ਨਹੀਂ ਮੈਂ ਉਹਨੂੰ ਚੀਟ ਕਰ ਰਿਹਾ, ਕਿਤੇ ਇਹ ਤਾਂ ਨਹੀਂ ਹੈ। ਇਹਨੂੰ ਕਹਿੰਦੇ ਨੇ ਜਿਹਾ ਵੇਖੇ ਤਿਹਾ ਵੇਖ। ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ, ਸਾਡੀ ਸੋਚ ਰੂਪੀ ਪ੍ਰੋਜੈਕਟਰ ਦੇ ਵਿੱਚੋਂ ਸੰਸਾਰ ਦੇ ਪਰਦੇ ਦੇ ਉੱਪਰ ਜੋ ਪ੍ਰੋਜੈਕਸ਼ਨ ਪੈ ਰਿਹਾ ਅਸੀਂ ਉਹ ਦੇਖਦੇ ਹਾਂ, ਸਾਨੂੰ ਉਹ ਨਜ਼ਰ ਆਉਂਦਾ ਹੈ। ਇਹੀ ਕਾਰਨ ਜਹਾਂਗੀਰ ਬਾਦਸ਼ਾਹ ਵਰਗੇ, ਔਰੰਗਜ਼ੇਬ ਬਾਦਸ਼ਾਹ ਵਰਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਵਿੱਚੋਂ ਰੱਬ ਨਹੀਂ ਦੇਖ ਪਾਏ। ਤੇ ਸਤਿਗੁਰੂ ਚਾਹੇ ਉਹ ਜਹਾਂਗੀਰ ਹੈ, ਚਾਹੇ ਔਰੰਗਜ਼ੇਬ ਹੈ, ਚਾਹੇ ਉਹ ਚੰਦੂ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਸੀਹੇ ਦੇਣ ਵਾਲਾ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚੋਂ ਰੱਬ ਨਹੀਂ ਦੇਖ ਸਕਿਆ।
ਕਿਉਂਕਿ ਉਹਦੇ ਅੰਦਰ ਰੱਬ ਨਹੀਂ ਹੈ, ਉਹਦੀ ਸੋਚ ਵਿੱਚ ਰੱਬ ਨਹੀਂ ਹੈ। ਭੱਟਾਂ ਦੀ ਸੋਚ ਵਿੱਚ ਰੱਬ ਹੈ। ਜਦੋਂ ਉਹ ਗੁਰਜਨ ਦੇਵ ਪਾਤਸ਼ਾਹ ਨੂੰ ਦੇਖਦੇ ਨੇ ਤੇ ਉਹ ਆਖਦੇ ਨੇ ਗੁਰੂ ਅਰਜੁਨ ਪ੍ਰਤੱਖ ਹੈ ਹਰ, ਤੇ ਪ੍ਰਤੱਖ ਰੱਬ ਨੇ, ਉਹ ਰੱਬ ਕਹਿ ਰਹੇ ਨੇ। ਹੁਣ ਜਦੋਂ ਗੁਰਜਨ ਦੇਵ ਪਾਤਸ਼ਾਹ ਚੰਦੂ ਨੂੰ ਦੇਖਦੇ ਨੇ, ਉਹ ਚੰਦੂ ਵਿੱਚੋਂ ਜ਼ਾਲਮ ਨਹੀਂ ਦੇਖ ਰਹੇ, ਉਹ ਚੰਦੂ ਨੂੰ ਆਖਦੇ ਨੇ ਚੰਦੂ ਸ਼ੁਭ ਕੰਮ ਕਰੀ, ਤੇਰਾ ਜੀਵਨ ਸਫਲ ਹੋ ਜਾਏ, ਰੱਬ ਦੇ ਨਾਮ ਨਾਲ ਜੁੜ ਜਾਇਆ ਕਰ, ਰੱਬੀ ਗੁਣਾਂ ਨੂੰ ਜ਼ਿੰਦਗੀ 'ਚ ਵਸਾ ਲੈ। ਉਹ ਆਪਣਾ ਪ੍ਰੋਜੈਕਸ਼ਨ ਚੰਦੂ 'ਚ ਦੇਖ ਰਹੇ ਨੇ। ਜਮਸ਼ੈਦ ਖਾਂ ਗੁਲ ਖਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ 'ਚੋਂ ਰੱਬ ਨਹੀਂ ਦੇਖ ਰਹੇ, ਉਹ ਮਾਰਨ ਆ ਰਹੇ ਨੇ, ਛੁਰਾ ਖਵੋ ਰਹੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੇਟ 'ਚ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੰਦਰ ਤੇ ਰੱਬ ਹੈ ਨਾ ਸੋਚ ਵਿੱਚ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਜਮਸ਼ੈਦ ਖਾਨ ਨੂੰ ਝਟਕਾਇਆ, ਉਹ ਥੱਲੇ ਡਿੱਗਿਆ, ਉਹ ਚੀਕ ਉੱਠਿਆ, ਹਾਏ ਅੰਮਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਦੇ ਅੰਦਰ ਤੇ ਗੁਰੂ ਵਾਲੀ ਸੋਚ ਹੈ ਨਾ, ਉਹ ਆਖਦੇ ਨੇ जमशेद खान, ये अम्मा कहने का कौन सा वक्त है, अल्लाह को वो अल्लाह खुदा दे कर बख्शा जाएगा। इन्ना फर्क है। जिहो जी सोच ਉਹ ਜਿਹਾ ਅੱਗੋਂ ਨਜ਼ਰ ਆ ਰਿਹਾ ਹੈ। ਇਸ ਕਰਕੇ ਪ੍ਰੋਜੈਕਟਰ ਸਾਡੇ ਅੰਦਰ ਹੈ। ਜਿਹੋ ਜਿਹਾ ਅਸੀਂ ਸੰਸਾਰ ਨੂੰ ਦੇਖਦੇ ਹਾਂ, ਵਿਸਮਾਦ ਦੇਖਣ ਵਾਸਤੇ ਵਿਸ਼ੇਸ਼ ਜਗ੍ਹਾ ਦੀ ਲੋੜ ਨਹੀਂ ਕਿ ਪਹਾੜਾਂ ਦੀ, ਦਰਿਆਵਾਂ ਦੀ, ਸਮੁੰਦਰਾਂ ਦੀ, ਜੰਗਲਾਂ ਦੀ, ਚੜ੍ਹਦਾ ਸੂਰਜ ਕਿ ਡੁੱਬਦਾ ਸੂਰਜ ਦੇਖਦੇ ਹੀ ਵਿਸਮਾਦਤ ਹੋ ਗਏ। ਨਹੀਂ, ਉਹਦੇ ਲਈ ਖਾਸ ਦ੍ਰਿਸ਼ ਦੀ ਲੋੜ ਨਹੀਂ। ਜੇ ਤੁਹਾਡੇ ਅੰਦਰ ਆਨੰਦ ਹੈ, ਅੰਦਰ ਖੁਸ਼ੀ ਹੈ, ਅੰਦਰ ਸੁੱਖ ਹੈ, ਜੇ ਤੁਹਾਡੇ ਅੰਦਰ ਆਨੰਦ ਹੈ, ਤੁਸੀਂ ਦੁੱਖਾਂ ਵਿੱਚ ਵੀ ਹੋਵੋਗੇ, ਤੁਹਾਡੇ ਚਿਹਰੇ ਤੇ ਮੁਸਕਰਾਹਟ ਹੋਏਗੀ, ਤੁਸੀਂ ਦੁੱਖਾਂ ਨੂੰ ਦੇਖ ਕੇ ਵੀ ਵਿਸਮਾਦਿਤ ਹੋ ਜਾਓਗੇ। ਵਾਹ, ਇਹਨਾਂ ਦੁੱਖਾਂ ਵਿੱਚ ਰਹਿ ਕੇ ਰੱਬ ਯਾਦ ਆ ਗਿਆ ਮੈਨੂੰ, ਮੇਰੇ ਵੱਡੇ ਭਾਗ ਇਹ ਦੁੱਖ ਮਿਲੇ ਨੇ, ਮੇਰੇ ਲਈ ਦਾਰੂ ਬਣ ਗਏ, ਰੱਬ ਦੀ ਯਾਦ ਲੈ ਕੇ ਆ ਗਏ ਨੇ, ਮੇਰੇ ਲਈ ਦੁੱਖ ਦਾਰੂ ਹੋ ਗਿਆ। ਖਾਸ ਜਗ੍ਹਾ ਦੀ ਲੋੜ ਨਹੀਂ ਪਏਗੀ। ਫਿਰ ਭਾਈ ਦਿਆਲਾ ਜੀ ਉੱਬਲ ਦੀ ਦੇਹ ਨੂੰ ਦੇਖ ਕੇ ਵਿਸਮਾਦਿਤ ਹੋ ਜਾਣਗੇ, ਭਾਈ ਮਤੀ ਦਾਸ ਆर्य ਨੂੰ ਦੇਖ ਕੇ ਵਿਸਮਾਦਿਤ ਹੋ ਜਾਣਗੇ, ਪੰਚਮ ਪਾਤਸ਼ਾਹ ਤੱਤੀ ਤਵੀ ਤੇ ਬੈਠ ਕੇ ਵਿਸਮਾਦਿਤ ਨੇ ਔਰ ਰੱਬੀ ਪ੍ਰੇਮ ਵਿੱਚ ਗਾ ਰਹੇ ਨੇ, ਤੇਰਾ ਕੀਆ ਮੀਠਾ ਲੱਗ ਹੈ। ਆ ਜਿਹੜਾ ਮੀਠਾ ਲੱਗ ਵਿਸਮਾਦੀ ਹੈ ਨਾ, ਖਾਸ ਦ੍ਰਿਸ਼ ਦੀ ਲੋੜ ਨਹੀਂ ਵਿਸਮਾਦਿਤ ਹੋਣ ਵਾਸਤੇ। ਤੁਹਾਡੀ ਸੋਚ ਕੀ ਹੈ? ਅੰਦਰ ਖੁਸ਼ੀ ਆਨੰਦ ਹੈ? ਜੇ ਅੰਦਰ ਖੁਸ਼ੀ ਤੇ ਆਨੰਦ ਹੈ ਤੇ ਕੋਈ ਕਿਹੋ ਜਿਹੀ ਵੀ ਸਿਚੁਏਸ਼ਨ ਹੋਵੇ, ਤੁਸੀਂ ਆਨੰਦਿਤ ਹੀ ਰਹੋਗੇ। ਮੀਰ ਮੰਨੂ ਦੀ ਕੈਦ ਵਿੱਚ ਸਿੱਖ ਬੀਬੀਆਂ ਬੱਚਿਆਂ ਦੇ ਟੁਕੜੇ ਕਰਾ ਰਹੀਆਂ ਨੇ, ਗਲਾਂ 'ਚ ਟੁਕੜਿਆਂ ਦਾ ਹਾਰ ਪਵਾ ਰਹੀਆਂ ਨੇ, ਝੋਲੀਆਂ ਖੂਨ ਨਾਲ ਲੱਥ-ਪੱਥ ਨੇ, ਪਰ ਸ਼ਾਮ ਨੂੰ ਨਾ ਸੋਦਾ ਰਹਿਰਾਸ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਕਿ ਸਤਿਗੁਰੂ ਤੇਰੀ ਰਜ਼ਾ ਵਿੱਚ ਸਾਡਾ 4-5 ਦਿਨ ਬੜੇ ਸੁੱਖ ਦਾ ਬਤੀਤ ਹੋਇਆ ਹੈ। ਸਾਰਾ ਦਿਨ ਬੱਚਿਆਂ ਦਾ ਕਤਲੇਆਮ ਕਰਾਉਂਦੀਆਂ ਰਹੀਆਂ, ਆਖਦੀ ਨੇ ਸੁੱਖ ਨਾਲ ਬਤੀਤ ਹੋਇਆ ਹੈ, ਕਿਰਪਾ ਕਰੀ ਸਿੱਖੀ ਤੁਕ ਦੀ ਡੋਲੀਏ ਨਾ। ਆਹ ਹੈ ਵਿਸਮਾਦ। ਔਰ ਜਿਹਦੇ ਲਈ ਗੁਰੂ ਪੀਰ ਬਣਨ ਦੀ ਲੋੜ ਨਹੀਂ, ਸੋਚ ਬਦਲਣ ਦੀ ਲੋੜ ਹੈ। ਤੁਸੀਂ ਦੁਕਾਨ ਤੇ ਕੰਮ ਕਰਦਿਆਂ ਆਪਣੀ ਸੋਚ ਬਦਲ ਸਕਦੇ ਹੋ, ਤੁਸੀਂ ਆਪਣੀ ਫੈਕਟਰੀ ਚਲਾਉਂਦਿਆਂ ਸੋਚ ਬਦਲ ਸਕਦੇ ਹੋ, ਤੁਸੀਂ ਨੌਕਰੀ ਕਰਦਿਆਂ ਸੋਚ ਬਦਲ ਸਕਦੇ ਹੋ, ਤੁਸੀਂ ਆਪਣੇ ਪਰਿਵਾਰ ਵਿੱਚ ਮਾਤਾ ਪਿਤਾ 'ਚ ਬੈਠਿਆਂ ਸੋਚ ਬਦਲ ਸਕਦੇ ਹੋ, ਤੁਸੀਂ ਆਪਣੀ ਪਤਨੀ ਆਪਣੇ ਬੱਚਿਆਂ 'ਚ ਬੈਠਿਆਂ ਸੋਚ ਬਦਲ ਸਕਦੇ ਹੋ। ਜਦੋਂ ਤੁਹਾਡੀ ਸੋਚ ਚੜ੍ਹਦੀ ਕਲਾ ਵਾਲੀ ਹੋ ਗਈ, ਹਰ ਚੀਜ਼ ਵਿਸਮਾਦਤ ਹੀ ਹੋਏਗੀ, ਜੋ ਦੇਖੋਗੇ ਵਿਸਮਾਦ ਹੀ ਹੋਏਗਾ। ਤੇ ਵਿਸਮਾਦ ਵਾਲੀ ਜਿਹੜੀ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ, ਉਹਦੇ 'ਚ ਅਗਲੀਆਂ ਤੁਕਾਂ ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਸੰਜੋਗ ਮੈਨੇ ਮਿਲਣਾ, ਵਿਜੋਗ ਮੈਨੇ ਵਿਛੜਨਾ। ਵਾਹ ਮਾਲਕਾ, ਕਿਤੇ ਮਿਲਾਪ ਹੋ ਰਿਹਾ ਹੈ, ਕਿਤੇ ਵਿਛੋੜਾ ਹੋ ਰਿਹਾ ਹੈ, ਦੇਖ ਕੇ ਵਿਸਮਾਦਿਤ ਹੋ ਜਾਈਦਾ ਹੈ। ਕੈਸਾ ਵਿਸਮਾਦ! ਜੇ ਇਹ ਚੀਜ਼ਾਂ ਨਾ ਹੋਣ ਤੇ ਦੁਨੀਆ ਚੱਲ ਹੀ ਨਾ ਸਕੇ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਇਹ ਦੋਨੋਂ ਸੰਸਾਰ ਦੀ ਕਾਰ ਚਲਾ ਰਹੇ ਨੇ। ਕੱਲਾ ਸੰਜੋਗ ਹੋਵੇ ਤੇ ਜ਼ਿੰਦਗੀ ਨਹੀਂ ਚੱਲ ਸਕੇਗੀ, ਕੱਲਾ ਮਿਲਾਪ ਹੋਵੇ ਤੇ ਜ਼ਿੰਦਗੀ ਨਹੀਂ ਚੱਲ ਸਕੇਗੀ। ਹੁਣ ਅਸੀਂ ਇੱਥੇ ਕਲਾਸ 'ਚ ਬੈਠੇ ਹਾਂ, ਮਿਲੇ ਆ ਨਾ ਅਸੀਂ ਇੱਕ ਦੂਜੇ ਨਾਲ, ਜੇ ਇੱਥੇ ਹੀ ਬੈਠੇ ਹੀ ਰਹੀਏ, ਇੱਥੋਂ ਸੰਜੋਗ ਤੋਂ ਹਟੀਏ ਹੀ ਨਾ, ਸੰਜੋਗ ਹੀ ਰਵੇ, ਬੈਠੇ ਹੀ ਰਹੀਏ, ਤੇ ਜ਼ਿੰਦਗੀ ਚੱਲ ਨਹੀਂ ਸਕੇਗੀ। ਕਿਉਂਕਿ ਤੁਸੀਂ ਕੰਮ ਕਰਤੇ ਵੀ ਜਾਣਾ ਹੈ, ਹੋਰ ਵੀ ਕਈ ਕੰਮ ਕਰਨੇ ਨੇ, ਭੋਜਨ ਵੀ ਕਰਨਾ ਹੈ, ਰਾਤ ਆਰਾਮ ਵੀ ਕਰਨਾ ਹੈ, ਇਹ ਸੰਜੋਗ ਛੱਡਣਾ ਹੀ ਪਏਗਾ। ਤੇ ਜੇ ਇਕੱਲਾ ਵਿਜੋਗ ਹੀ ਹੋਵੇ, ਅਸੀਂ ਮਿਲੀਏ ਨਾ, ਕਲਾਸ ਚਾਹੀਏ ਨਾ, ਤਾਂ ਵੀ ਜ਼ਿੰਦਗੀ ਨਹੀਂ ਚੱਲੇਗੀ। ਵਿਜੋਗ ਵੀ ਚਾਹੀਦਾ, ਵਿਛੋੜਾ ਵੀ ਚਾਹੀਦਾ। ਜਿਸ ਸੰਸਾਰ 'ਚ ਇਕੱਲਾ ਸੰਜੋਗ ਹੋਵੇ, ਇਨਸਾਨ ਪੈਦਾ ਹੋ ਹੀ ਜਾਣ, ਜੀਵਨ ਹੀ ਜੀਵਨ ਪੈਦਾ ਹੋਈ ਜਾਏ, ਪਸ਼ੂ ਪੰਛੀ ਪੈਦਾ ਹੋਈ ਜਾਣ, ਬਨਸਪਤੀ ਪੇੜ ਪੌਦੇ ਪੈਦਾ ਹੋਈ ਜਾਣ, ਸਾਹ ਲੈਣਾ ਦੂਰ, ਪੈਰ ਰੱਖਣ ਦੀ ਥਾਂ ਨਹੀਂ ਹੋਏਗੀ, ਪੈਰ ਰੱਖਣਾ ਦੂਰ, ਸਾਹ ਲੈਣਾ ਵੀ ਮੁਸ਼ਕਲ ਹੋ ਜਾਏਗਾ। ਇੰਨੀ ਆਬਾਦੀ ਵੱਧ ਜਾਏਗੀ, ਸੰਜੋਗ ਹੀ ਸੰਜੋਗ ਪੈਦਾ ਹੀ ਹੋ ਜਾਣ, ਸਾਰੇ ਜਨਮ ਹੀ ਲਈ ਜਾਣ।
ਤੇ ਜੇ ਵਿਜੋਗ ਹੀ ਵਿਜੋਗ ਹੋਵੇ, ਸਾਰੇ ਮਰਦੇ ਜਾਣ, ਤੇ ਇੱਕ ਦਿਨ ਦੁਨੀਆ ਖਤਮ ਹੋ ਜਾਏਗੀ। ਇਹ ਦੋਨੋਂ ਸੰਸਾਰ ਦੀ ਕਾਰ ਚਲਾ ਰਹੇ ਨੇ। ਜੇ ਬਜ਼ੁਰਗ ਮਰ ਰਿਹਾ ਤੇ ਥਾਂ ਖਾਲੀ ਹੋ ਰਹੀ ਹੈ, ਉਹਦੀ ਥਾਂ ਤੇ ਬੱਚਾ ਜਨਮ ਲੈ ਰਿਹਾ ਹੈ। ਜੇ ਪੁਰਾਣਾ ਪੱਤਾ ਟੁੱਟ ਰਿਹਾ ਹੈ, ਉਹਦੀ ਥਾਂ ਹੁਣ ਨਵੇਂ ਪੱਤੇ ਨੂੰ ਮਿਲ ਗਈ, ਨਵਾਂ ਪੱਤਾ ਆ ਰਿਹਾ, ਉਹਨੂੰ ਮੌਕਾ ਮਿਲ ਗਿਆ ਆਉਣ ਦਾ। ਤੇ ਜੇ ਪੁਰਾਣਾ ਪੱਤਾ ਟੁੱਟੇ ਹੀ ਨਾ, ਨਵਾਂ ਪੱਤਾ ਕਿੱਥੇ ਆਏਗਾ? ਜੇ ਪੁਰਾਣਾ ਜਾਏ ਹੀ ਨਾ ਤੇ ਨਵਾਂ ਕਿੱਥੋਂ ਆਏਗਾ? ਇਸ ਕਰਕੇ ਸੰਜੋਗ ਵਿਜੋਗ ਤੋਂ ਇਹ ਕਾਰ ਚਲਾਵੇਂ, ਇਹ ਦੁਨੀਆ ਦੀ ਕਾਰ ਚਲਾ ਰਹੇ ਨੇ ਮਾਲਕਾ। ਜਦੋਂ ਮੈਂ ਦੇਖਦਾ ਕਿਤੇ ਕੋਈ ਜਨਮ ਲੈ ਰਿਹਾ ਹੈ, ਕਿਤੇ ਕੋਈ ਦੁਨੀਆ ਤੋਂ ਵਿਦਾ ਹੋ ਰਹੀ ਹੈ, ਕਿਤੇ ਕੋਈ ਕਿਸੇ ਨੂੰ ਮਿਲ ਰਿਹਾ, ਕੁਛ ਵਿਛੜ ਰਿਹਾ ਹੈ, ਤੇ ਇਹਦੇ ਨਾਲ ਤੇਰੇ ਸੰਸਾਰ ਦੀ ਕਾਰ ਚੱਲ ਰਹੀ ਹੈ। ਕਾਸ਼ ਇਹ ਗੁਣ ਮੇਰੇ ਵਿੱਚ ਵੀ ਆ ਜਾਣ, ਸੰਜੋਗ ਵੀ ਮੇਰੇ ਅੰਦਰ ਆ ਜਾਏ, ਵਿਜੋਗ ਵੀ ਮੇਰੇ ਅੰਦਰ ਆ ਜਾਏ। ਇਹ ਦੋਨੋਂ ਚੀਜ਼ਾਂ ਮੇਰੀ ਜ਼ਿੰਦਗੀ ਵਿੱਚ ਆ ਜਾਣ। ਕਿਵੇਂ ਆ ਜਾਣ? ਮੇਰੇ ਅੰਦਰ ਸੰਜੋਗ ਆ ਜਾਏ, ਮੈਂ ਆਪਣੇ ਜੀਵਨ ਦੇ ਵਿੱਚ ਸੰਜੋਗ ਲੈ ਕੇ ਆਵਾਂ। ਸੰਜੋਗ ਕਿਵੇਂ ਲਿਆਵਾਂ? ਆਪਣੇ ਜੀਵਨ ਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਨਿਰਮਾਣਤਾ, ਨਿਸ਼ਕਾਮਤਾ, ਨੇਕ ਨੀਤੀ, ਸੱਚਾਈ, ਇਮਾਨਦਾਰੀ, ਇਹਨਾਂ ਦੇ ਨਾਲ ਮੈਂ ਸੰਜੋਗ ਪਾ ਲਵਾਂ। ਮੇਰੇ ਅੰਦਰ ਵਿਜੋਗ ਵੀ ਆ ਜਾਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ, ਸਤ, ਈਰਖਾ, ਨਿੰਦਾ, ਚੋਰੀ, ਝੂਠ, ਤਵੈਸ਼, ਬਖੀਲੀ, ਪਾਪ, ਵਿਕਾਰ, ਗੁਨਾਹ, ਠੱਗੀਆਂ, ਚੋਰੀਆਂ, ਪਹਿਨਾਮੀਆਂ, ਬੇਈਮਾਨੀਆਂ, ਦੰਗੇ, ਫਸਾਦ, ਦਾਜ, ਦਹੇਜ, ਇਹ ਸਾਰੀਆਂ ਚੀਜ਼ਾਂ ਮੇਰੇ ਅੰਦਰੋਂ ਚਲੀਆਂ ਜਾਣ, ਵਿਛੋੜਾ ਹੋ ਜਾਏ। ਇਹਨੂੰ ਕਹਿੰਦੇ ਨੇ ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ। ਪੰਜਾਂ ਨੂੰ ਵਸਾ ਲਵਾਂ, ਮਿਲਾਪ ਕਰ ਲਵਾਂ, ਪੰਚ ਗਵਾਏ, ਪੰਜਾਂ ਨੂੰ ਗਵਾ ਦਿਆਂ, ਵਿਛੋੜਾ ਕਰ ਦਿਆਂ। ਇਨ ਬਿਦ ਨਗਰ ਬੁੱਠਾ ਮੇਰੇ ਭਾਈ, ਮੇਰਾ ਨਗਰ ਵਸਦਾ ਰਵੇ। ਇਹ ਸੰਜੋਗ ਵਿਜੋਗ ਵਾਲਾ ਗੁਣ ਮੇਰੀ ਜ਼ਿੰਦਗੀ 'ਚ ਵੀ ਆ ਜਾਏ। ਗੁਣਾਂ ਨਾਲ ਸੰਜੋਗ ਪਾ ਲਵਾਂ, ਔਗੁਣਾਂ ਨਾਲ ਵਿਜੋਗ ਪਾ ਲਵਾਂ। ਕਿੰਨਾ ਆਨੰਦ ਹੈ। ਮੇਰਾ ਵੀ ਜਿਵੇਂ ਸੰਸਾਰ ਵਸਦਾ ਹੈ ਨਾ ਸੰਜੋਗ ਵਿਜੋਗ ਨਾਲ, ਮੇਰਾ ਜੀਵਨ ਵੀ ਵਸ ਜਾਏ, ਮੇਰੇ ਜੀਵਨ ਦਾ ਨਗਰ ਵੀ ਵਸ ਜਾਏ। ਇਨ ਬਿਦ ਨਗਰ ਉੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦ੍ਰਿੜਾਈ। ਵਿਸਮਾਦ ਭੁੱਖ, ਵਿਸਮਾਦ ਭੋਗ, ਕਿੰਨੀ ਹੈਰਾਨਗੀ ਹੈ, ਕਿੰਨਾ ਵਿਸਮਾਦ, ਕਿੰਨੀ ਸਰਜਤਾ, ਵੰਡਰਫੁਲ। ਭੁੱਖ, ਇਹ ਭੁੱਖ ਨਾ ਹੋਵੇ ਤੇ ਮੈਨੂੰ ਕੁਝ ਖਾਵੇ ਹੀ ਨਾ, ਏਦਾਂ ਹੀ ਆਪਣੀ ਊਰਜਾ ਖਤਮ ਕਰ ਜਾਏ, ਦੁਨੀਆ ਤੋਂ ਮੁੱਕ ਜਾਏ। ਇਹ ਭੁੱਖ ਹੈ ਜਿਹੜੀ ਕੁਝ ਖਾਣ ਤੇ ਮਜਬੂਰ ਕਰਦੀ ਹੈ ਤਾਂ ਕਿ ਸਰੀਰ ਚੱਲਦਾ ਰਹੇ, ਇਹਨੂੰ એનર્ਜੀ ਮਿਲ ਜਾਏ। ਇੱਕ ਭੁੱਖ ਤੇ ਇੱਕ ਪੀੜਾ, ਜੇ ਸਰੀਰ 'ਚ ਦਰਦ ਨਾਂ ਦੀ ਰੱਬ ਚੀਜ਼ ਨਾ ਪਾਏ, ਪੈਰ ਤੇ ਸੱਟ ਲੱਗ ਜਾਏ, ਖੂਨ ਵਗੀ ਜਾਏ ਤੇ ਬੰਦਾ ਪੱਟੀ ਨਾ ਕਰਾਏ, ਦਰਦ ਤੇ ਹੋ ਹੀ ਨਹੀਂ ਰਹੀ। ਏਦਾਂ ਹੀ ਇੱਕ ਦਿਨ ਸਾਰਾ ਖੂਨ ਵਹਿ ਕੇ ਖਤਮ। ਜਾਂ ਹਾਰਟ ਪੇਨ ਨਾ ਹੋਵੇ ਤੇ ਡਾਕਟਰ ਕੋਲ ਜਾਏ ਨਾ, ਹਾਰਟ ਦੀ ਬਲੋਕੇਜ ਹੋਵੇ, ਪੇਨ ਹੋ ਨਹੀਂ ਰਹੀ, ਕੰਮ ਕਰਦਾ ਰਹੇ, ਬਿਜ਼ੀ ਬੜਾ ਜੀ, ਤੇ ਏਦਾਂ ਹੀ ਪੂਰੀ ਬਲੋਕੇਜ ਹੋਏਗੀ, ਮਰ ਜਾਏਗਾ। ਇਹ ਤੇ ਦਰਦ ਜਿਹੜੀ ਹੈ ਨਾ, ਇਹ ਫਿਰ ਡਾਕਟਰ ਕੋਲ ਜਾਣ ਲਈ ਮਜਬੂਰ ਕਰਦੀ ਹੈ। ਭੁੱਖ ਜਿਹੜੀ ਹੈ ਕੁਝ ਖਾਣ ਲਈ ਮਜਬੂਰ ਕਰਦੀ ਹੈ, ਵਿਸਮਾਦ। ਪਰ ਮਾਲਕਾ, ਇਹੋ ਜਿਹਾ ਵੀ ਤੇਰਾ ਸੰਸਾਰ ਹੈ ਜਿਹਦੇ ਵਿੱਚ ਲੱਖਾਂ ਲੋਕ ਭੁੱਖਮਰੀ ਨਾਲ ਹੀ ਮਰ ਰਹੇ ਨੇ। ਉਹਨਾਂ ਕੋਲ ਖਾਣ ਲਈ ਰੋਟੀ ਨਹੀਂ ਹੈ, ਪੀਣ ਲਈ ਪਾਣੀ ਨਹੀਂ ਹੈ, ਉਹਨਾਂ ਕੋਲ ਘਰ ਨਹੀਂ ਹੈ ਰਹਿਣ ਵਾਸਤੇ। ਪਿੱਛੇ ਜੇ ਇੱਕ ਫੋਟੋ ਵਾਇਰਲ ਹੋਈ ਸੀ ਰਿਕਸ਼ੇ ਵਾਲੇ ਦੀ, ਸਰਦੀਆਂ ਦੇ ਵਿੱਚ ਸਵਾਰੀ ਦੀ ਇੰਤਜ਼ਾਰ ਵਿੱਚ ਰਿਕਸ਼ੇ ਤੇ ਬੈਠਾ ਬੈਠਾ ਲੇਟ ਗਿਆ ਕਿ ਸਵਾਰੀ ਮਿਲੇਗੀ, ਮੈਂ 2-4 ਪੈਸੇ ਕਮਾਵਾਂਗਾ, ਘਰ ਲਿਆਵਾਂਗਾ, ਬੱਚਿਆਂ ਦੀ ਰੋਟੀ ਦਾ ਪ੍ਰਬੰਧ ਕਰਾਂਗਾ। ਸਵਾਰੀ ਆਈ ਨਹੀਂ, ਉਡੀਕ 'ਚ ਉਹ ਬੈਠਾ ਰਿਹਾ, ਬੈਠਿਆ ਬੈਠਿਆ ਲੇਟ ਗਿਆ, ਲੇਟਿਆ ਲੇਟਿਆ ਸਰਦੀ 'ਚ ਪਿਆ ਪਿਆ ਮਰ ਗਿਆ। ਕਿੰਨੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ। ਅਫਰੀਕਾ 'ਚ ਕਿੰਨੇ ਬੱਚੇ ਹਰ ਰੋਜ਼ ਭੁੱਖਮਰੀ ਨਾਲ ਮਰ ਰਹੇ ਨੇ। ਤੇ ਕਿੰਨੀ ਹੈਰਾਨੀ ਦੀ ਗੱਲ ਹੈ, ਕਿੰਨੇ ਲੋਕ ਭੋਗਾਂ ਵਿੱਚ ਵੀ ਖਚਤ ਨੇ, ਅੰਬਾਰ ਲੱਗੇ ਹੋਏ ਨੇ ਘਰ ਦੇ ਵਿੱਚ, ਉਹ ਖਾ ਖਾ ਕੇ ਪਦਾਰਥਾਂ ਨੂੰ ਭੋਗ ਰਹੇ ਨੇ। ਕਿੰਨੇ ਲੋਕ ਉਹ ਪਦਾਰਥਾਂ ਦੇ ਭੋਗ ਦੇ ਨਾਲ ਹੀ ਕਈ ਰੋਗੀ ਹੋ ਰਹੇ ਨੇ, ਕਿਉਂਕਿ ਭੋਗ ਵਿੱਚੋਂ ਰੋਗ ਪੈਦਾ ਹੋ ਜਾਂਦਾ ਹੈ। ਖਾ ਖਾ ਕੇ ਪੇਟ ਵੱਧ ਗਿਆ, ਹੁਣ ਡਾਕਟਰ ਕੋਲ ਜਾਂਦੇ ਨੇ। ਖਾ ਖਾ ਕੇ ਜੋ ਢਿੱਡ ਵੱਧ ਗਿਆ, ਡਾਕਟਰ ਕੋਲ ਜਾਂਦੇ ਨੇ, ਡਾਕਟਰ ਸਾਹਿਬ ਪੇਟ ਘਟਾਣਾ ਹੈ, ਦੱਸੋ ਕੀ ਖਾਈਏ। ਉੱਥੇ ਜਾ ਕੇ ਵੀ ਖਾਣ ਦੀ ਗੱਲ ਕਰਦੇ ਨੇ, ਇਹ ਨਹੀਂ ਵੀ ਛੱਡੀਏ ਕੀ, ਡਾਕਟਰ ਨੂੰ ਕਹਿਣਗੇ ਕੀ ਖਾਈਏ ਵੀ ਪੇਟ ਘਟ ਜਾਏ। ਭੋਗ 'ਚ ਇਹਨੇ ਖਚਤ ਹੋ ਗਈ। ਜਦੋਂ ਗੁਰੂ ਨਾਨਕ ਪਾਤਸ਼ਾਹ ਮੋਦੀ ਖਾਨੇ ਦੀ ਕਾਰ ਕਰਦੇ ਨੇ ਤੇ ਪਿਤਾ ਜੀ ਮਿਲਣ ਵਾਸਤੇ ਆਏ, ਤੇ ਪਿਤਾ ਜੀ ਨੇ ਪੁੱਛ ਲਿਆ ਗੁਰੂ ਨਾਨਕ ਸਾਹਿਬ ਨੂੰ, ਬੇਟਾ ਕਿੰਨੀ ਕਮਾਈ ਕੀਤੀ, ਕਿੰਨਾ ਕੁ ਪੈਸਾ ਆਉਂਦਾ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੈਸਾ ਵਾਧੂ। ਪਿਤਾ ਜੀ ਬਹੁਤ ਮਾਇਆ ਆਉਂਦੀ ਹੈ। ਅੱਛਾ ਪੁੱਤਰ ਦੱਸ ਕਿੰਨੇ ਕੁ ਪੈਸੇ ਜੋੜ ਲਏ ਨੇ? ਹੁਣ ਤੇ ਵਾਧੂ ਜੁੜ ਗਏ ਹੋਣਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਪਿਤਾ ਜੀ, ਜੁੜੇ ਨਹੀਂ ਹਨ। ਮਾਇਆ ਤੇ ਵਾਧੂ ਆਉਂਦੀ ਪਰ ਜੁੜੀ ਨਹੀਂ ਹੈ। ਪਿਤਾ ਮਹਿਤਾ ਕਲਿਆਣ ਦਾਸ ਕਹਿਣ ਲੱਗੇ ਪੁੱਤਰ ਜੁੜੇ ਨਹੀਂ?
छोटा जा तेरा परिवार है, 2 छोटे बच्चे और खर्चा भी कोई नहीं है और कमाई इन्नी है, मोदी खाने दी तनख्वाह ही बहुत हुंदी है ते फिर भी जुड़दे नहीं, समझ नहीं लगी। गुरु नानक पातशाह कहणगे पिता जी शाम ਨੂੰ ਦੱਸਾਂਗਾ, ਨਾਲ ਹੀ ਚੱਲੋ। ਜਦੋਂ ਸ਼ਾਮ ਹੋਈ ਮੋਦੀ ਖਾਨਾ ਬੰਦ ਕਰਨ ਲੱਗੇ ਤੇ ਲਾਈਨ ਲੱਗ ਗਈ ਪੂਰੀ। ਗੁਰੂ ਨਾਨਕ ਪਾਤਸ਼ਾਹ ਜਿਹੜੀ ਆਪਣੀ ਤਨਖਾਹ ਲੈਂਦੇ ਸਨ, ਤਨਖਾਹ ਦੇ ਵਿੱਚੋਂ ਕਿੰਨਿਆਂ ਲੋਕਾਂ ਦੇ ਭੋਜਨ ਦਾ ਪ੍ਰਬੰਧ ਕਰ ਦਿੱਤਾ, ਕਿੰਨਿਆਂ ਨੂੰ ਰਾਸ਼ਨ ਦੇ ਦਿੱਤਾ, ਜਿਨ੍ਹਾਂ ਨੂੰ ਕੱਪੜੇ ਦੀ ਲੋੜ ਸੀ ਕੱਪੜੇ ਵੰਡ ਦਿੱਤੇ, ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਦਵਾਈ ਦੇ ਦਿੱਤੀ। ਤੇ ਕਹਿਣ ਲੱਗੇ ਪਿਤਾ ਜੀ ਬਸ ਇਧਰੋਂ ਪੈਸਾ ਆਉਂਦਾ ਮੋਦੀ ਖਾਨੇ ਚ ਤਨਖਾਹ ਦਾ ਤੇ ਇੱਧਰ ਚਲਾ ਜਾਂਦਾ ਹੈ। ਤੁਸੀਂ ਕਹਿੰਦੇ ਹੋ ਪਿਤਾ ਜੀ ਮੇਰੇ 2 ਬੱਚੇ ਨੇ, ਨਹੀਂ ਪਿਤਾ ਜੀ ਮੇਰਾ ਪਰਿਵਾਰ ਬਹੁਤ ਵੱਡਾ ਹੈ, ਮੇਰੇ ਰੱਬ ਦਾ ਪਰਿਵਾਰ ਬਹੁਤ ਵੱਡਾ ਹੈ, ਰੱਬ ਮੇਰਾ ਪਿਤਾ ਸੀ, ਸਾਰੇ ਭੈਣ ਭਰਾਵਾਂ ਤੇ ਮੇਰਾ ਕੋਈ ਭਰਾ ਮੇਰੀ ਕੋਈ ਭੈਣ ਰਾਤ ਭੁੱਖੀ ਸੋਵੇ ਤੇ ਮੈਂ ਪੈਸਾ ਕਿਵੇਂ ਜਮ੍ਹਾਂ ਕਰ ਸਕਦਾ? एक पिता एक स्के हम बारक वाला सिद्धांत है कि मैं इस परिवार का मैंबर हाँ ते मेरे संसार रूपी परिवार विच एक भी परिवार का मैंबर भुखा होवे ते मैं पैसे किवें जोड़ सकदा वां, मैं पैसे किवें जमा कर सकदा वां? उन्ना चिर पैसा जमा करना मेरे लिए पाप है, मेरे लिए अपराध है, जिन्ना चिर तक इस दुनिया दे विच एक भी मनुख रात भुखा सो रहा है। मेरे लिए उन्ना चिर पैसा जोड़ना गुनाह है जिन्ना चिर एक भी मनुख बिना कपड़ियां तो जिंदगी बतीत कर रहा है, बिना भोजन तो पेट तो भुखा रात सो रहा है। हैरानगी है ना ये। कुछ लोग भोगां च खचत ने, कुछ भुखे मर रहे हैं। ताई गुरु जी ने एक विचकारला सिद्धांत दिता वंड छकण दा कि जिन्हां कोल ज्यादा ने जिन्हां कोल थोड़े उन्हां नूं दे देण, ताकि जिंदगी दी दौड़ च जिहड़ा पछड़ गया वो नाल मिल के चल सके। घाल खाए किच हथों दे, नानक राह पछाणी से। विस्माद सिफत विस्माद सलाह। कुछ लोग तेरी सिफत कर रहे हैं प्रभु, गुण गौणे, कितनी बड़ी ऊर्जा है, पावर है, ताकत है। गुणा दे नाल सांझ पाना पॉजिटिव थिंकिंग पैदा हो जाती है, सकारात्मक सोच पैदा हो जाती है। रब्बी गुणा नूं गाउण दे नाल, बोलण दे नाल, सोचण दे नाल, विहार विच लियाण दे नाल जिंदगी बदल जाती है, विस्मादित हो जाती है। वाह, एक रब दे गुण ने मेरी जिंदगी बदल दी। गुरबाणी नूं गाउण दे नाल जिंदगी बदल जाती है। याद रखियो असीं गुरबाणी नूं बदल नहीं सकते, पर गुरबाणी सानूं बदल सकती है। कितनी हैरानगी है ना। ये सिफत कितना आनंदित कर देगी, कितना शांत बना देगी। हर इंसान महान हो सकता है प्रभु, जेड़े तेरी सिफत कर दे गए वो तेरे वर्गे हो गए। कबीर तू तू करता, तू हुआ मुझ में रहा ना हो। इन्नी महानता तेरी सिफत विच। हुण ये है सोच विस्माद वाली। तुसी की सोचना है, ये तुहाडे हथ दे विच है। तुसी सिफत दी थां ते औगण देखणे ने, निंदिया सुननी है, ये तुहाडे हथ विच है। दोनों ही रस्ते ने, चाहे सिफत सुन लो, चाहे निंदा सुन लो, चाहे गुण इकट्ठे कर लो, चाहे औगण इकट्ठे कर लो, दोनों ही चीजां ने। आम आदमी जिहड़ा है वो औगण इकट्ठे करी जांदा है ते धर्मी वो है जिहड़ा गुण इकट्ठे करी जांदा है। औगणां विच भी गुण देखी जांदा है। भगत नामदेव जी नूं पुछ के देखो, ਅਸੀਂ ड्राइविंग करते हैं ना, तो ड्राइविंग करदियां साडे डैशबोर्ड के उपर कुछ मीटर लगे हुंदे ने। एक स्पीडोमीटर है जिहड़ा स्पीड दसदा है, टैंपरेचर गेज टैंपरेचर दसदी है, फ्यूल मीटर फ्यूल दसदा है। कोई स्पीडोमीटर नूं कहे स्पीडोमीटर देख फ्यूल मीटर खराब हो गया, अज तू दस दे गड्डी च तेल किन्ना है। ते स्पीडोमीटर कहेगा मेरा काम तो स्पीड दसना है, मैं तेल नहीं दस सकदा। जे स्पीडोमीटर खराब हो जाए, तुसी फ्यूल मीटर नूं कह दिओ अज तू स्पीड दस दे, ते फ्यूल मीटर कहेगा मेरा काम तेल दसना है, मैं स्पीड नहीं दस सकदा। मीटर है ना, हर मीटर अपना अपना काम करदा है। हुण ये देखना भी साडे अंदर किहड़ा मीटर फिट है। कुछ लोकां दे अंदर गुणां दा मीटर फिट हुंदा है, वो जिथे जांदे ने गुण ही चेक करी जांदे ने, इहदे च आ गुण, इहदे च आ गुण। ते मेरे वर्गे औगणां दा मीटर फिट करी बैठे ने, वो जिधर जांदे ने औगण ही चेक करी जांदे ने, इहदे च आ औगण है, इहदे च आ दोष है। भगत नामदेव जी दे अंदर गुणां दा मीटर फिट है, वो जिथे जांदे ने गुण चेक करी जांदे ने। एक आदमी एक टक किसी औरत नूं देखी जा रहा है, लोक लाज दी परवाह नहीं करदा। वाह मालका, काश आ गुण मेरे च आ जाए, मैं भी लोक लाज छड्ड के तेरे नाल जुड़ जावां। एक लालची आदमी पैसे दा लोभ करदा है, मालका इहो जिहा लोभ मेरे अंदर तेरे प्रति पैदा हो जाए। जैसी पर पुरखा रत नारी, लोभी नर धन का हितकारी, कामी पुरख
ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ। ਜਿੰਨੇ ਗੁਣ ਲੈਣੇ ਉਹ ਕੂੜੇ ਦੇ ਢੇਰ ਚੋਂ ਵੀ ਗੁਣ ਲੈ ਲੈਂਦੇ। ਭੁੱਖੇ ਬੰਦੇ ਨੂੰ ਪੁੱਛ ਕੇ ਦੇਖੋ, ਉਹਨੂੰ ਕੂੜੇ ਦੇ ਢੇਰ ਵਿੱਚੋਂ ਵੀ ਰੋਟੀ ਲੱਭ ਜਾਂਦੀ ਹੈ, ਖਾਣ ਨੂੰ ਛੋਲੇ ਦਾਣੇ ਲੱਭ ਜਾਂਦੇ ਨੇ, ਬ੍ਰੈਡ ਲੱਭ ਜਾਂਦੀ ਹੈ। ਜਿੰਨੇ ਗੁਣ ਲੱਭਣੇ ਉਹ ਕਿਤੋਂ ਵੀ ਲੱਭ ਲਏਗਾ। ਜਿਹੜਾ ਪੱਥਰ ਸਾਰਿਆਂ ਦੇ ਰਸਤੇ ਦੀ ਰੁਕਾਵਟ ਬਣਦਾ ਹੈ, ਜਿਹਨੇ ਕੁਝ ਲੈਣਾ ਹੈ ਉਸ ਪੱਥਰ 'ਚ ਵੀ ਕੁਝ ਲੈ ਲੈਂਦਾ ਹੈ ਕਿ ਇਸ ਪੱਥਰ ਉੱਪਰ ਚੜ ਕੇ ਮੈਂ ਉੱਚਾ ਚੜ ਸਕਦਾ ਹਾਂ। ਕੋਈ ਕੁੱਤਾ ਮੇਰੇ ਮਗਰ ਪੈ ਜਾਏ, ਇਹ ਪੱਥਰ ਮੇਰੇ ਕੰਮ ਆ ਜਾਏਗਾ, ਮੈਂ ਕੁੱਤੇ ਤੋਂ ਆਪਣਾ ਬਚਾਅ ਕਰ ਲਵਾਂਗਾ। ਉਹਨੂੰ ਪੱਥਰ ਵਿੱਚ ਵੀ ਗੁਣ ਦਿਸ ਜਾਂਦਾ ਹੈ, ਉਹਨੂੰ ਕੂੜੇ ਦੇ ਢੇਰ ਦੇ ਵਿੱਚੋਂ ਵੀ ਖਾਣਾ ਨਜ਼ਰ ਆ ਜਾਂਦਾ ਹੈ। ਹੁਣ ਸਿਫਤ ਕਿੰਨੀ ਵਿਸਮਾਦਿਤ ਹੈ, ਜਿਹਦੇ ਅੰਦਰ ਸਿਫਤ ਵਾਲਾ ਮੀਟਰ ਫਿੱਟ ਹੈ, ਉਹ ਜਿੱਥੇ ਜਾਏਗਾ ਸਿਫਤ ਹੀ ਕਰੇਗਾ ਤੇ ਗੁਣਾਂ ਦੀ ਗੱਲ ਕਰੇਗਾ। ਉਹਦੇ ਗੁਣਾਂ ਦਾ ਮੀਟਰ ਗੁਣਾਂ ਨੂੰ ਚੈੱਕ ਕਰੇਗਾ ਤੇ ਗੁਣ ਇਕੱਠੇ ਕਰਦਾ ਜਾਏਗਾ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਔਗੁਣ ਛੋੜ ਗੁਣਾਂ ਕੋ ਧਾਵੋ। ਸਿਫਤ ਕਰੋ, ਸਲਾਹ ਕਰੋ, ਔਗੁਣਾਂ ਨੂੰ ਛੱਡ ਦਿਓ, ਗੁਣਾਂ ਨਾਲ ਸਾਂਝ ਪਾ ਲਓ। ਕਿਸੇ ਦੇ ਔਗਣ ਨਾ ਫਰੋਲੋ, ਗੰਦਗੀ ਨੂੰ ਫਰੋਲਿਆਂ ਬਦਬੂ ਹੀ ਨਿਕਲੇਗੀ। ਗੁਣਾਂ ਨੂੰ ਫਰੋਲ ਲਓ, ਫੁੱਲਾਂ ਨੂੰ ਫਰੋਲਿਆਂ ਸੁਗੰਧੀ ਮਿਲ ਜਾਏਗੀ। ਕਦੇ ਅਜਮਾ ਕੇ ਦੇਖ ਲਓ ਕਿ 3 ਮਹੀਨੇ ਤੱਕ ਮੈਂ ਕਿਸੇ ਦੀ ਬੁਰਾਈ ਨਹੀਂ ਕਰਨੀ, 3 ਮਹੀਨੇ ਮੈਂ ਕਿਸੇ ਦੇ ਔਗਣ ਨਹੀਂ ਫਰੋਲਣੇ, ਬਲਕਿ ਹਰ ਰੋਜ਼ ਕਿਸੇ ਨਾ ਕਿਸੇ ਵਿੱਚੋਂ ਇੱਕ ਚੰਗਾ ਗੁਣ ਦਿਖਣਾ ਹੈ। ਇਸ ਦੁਨੀਆ 'ਚ ਅਰਬਾਂ ਲੋਕ ਨੇ, ਸਾਰੇ ਤੇ ਨਹੀਂ ਗਲਤ ਨਾ, ਹਰ ਇੱਕ ਬੰਦੇ ਅੰਦਰ ਕੋਈ ਨਾ ਤੇ ਗੁਣ ਹੈ ਨਾ। ਮੈਂ ਹਰ ਰੋਜ਼ ਇੱਕ ਬੰਦੇ ਦੀ ਸਿਫਤ ਕਰਨੀ ਹੈ। ਅੱਜ ਸਿਫਤ ਕਰਾਂਗਾ ਕਿ ਮੇਰੀ ਜਿਹੜੀ ਮਾਸੀ ਹੈ ਉਹ ਖੀਰ ਬੜੀ ਸਵਾਦ ਬਣਾਉਂਦੀ ਹੈ। ਮੇਰਾ ਜਿਹੜਾ ਮਾਮਾ ਹੈ, ਮੇਰਾ ਮਾਮਾ ਇੰਗਲਿਸ਼ ਬਹੁਤ ਸੋਹਣੀ ਬੋਲਦਾ ਹੈ। ਜਾਂ ਜਿਹੜੀ ਮੇਰੀ ਭੂਆ ਹੈ, ਉਹ ਸਾਗ ਮੱਕੀ ਦੀ ਰੋਟੀ ਬੜਾ ਸਵਾਦ ਬਣਾਉਂਦੀ ਹੈ। ਮੇਰੀ ਚਾਚੀ ਜਿਹੜੀ ਕੱਪੜੇ ਬੜੀ ਸੋਹਣੇ ਸਿਉਂਦੀ ਹੈ। ਔਰ ਮੇਰਾ ਜਿਹੜਾ ਫੁੱਫੜ ਹੈ ਉਹ ਕੰਪਿਊਟਰ ਦਾ ਮਾਸਟਰ ਹੈ। ਮੇਰੇ ਗੁਆਂਢੀ ਦੇ ਵਿੱਚ ਆਹ ਗੁਣ ਬੜਾ ਵਧੀਆ ਹੈ, ਐਨ ਸਫਾਈ ਕਰਕੇ ਰੱਖਦਾ ਹੈ। ਮੇਰਾ ਦੂਜਾ ਗੁਆਂਢੀ, ਉਹਨੇ ਬੜਾ ਸੋਹਣਾ ਬਾਗ ਖੜਾਇਆ ਹੋਇਆ ਹੈ, ਬਗੀਚੇ 'ਚ ਕਿੰਨੇ ਸੋਹਣੇ ਫੁੱਲ ਲਾਏ ਹੋਏ ਨੇ। ਰੋਜ਼ ਇੱਕ ਬੰਦੇ ਦੀ ਸਿਫਤ ਕਰਕੇ ਦੇਖੋ, ਇੱਕ ਬੰਦੇ ਦੇ ਗੁਣਾਂ ਦੀ ਪ੍ਰਸ਼ੰਸਾ ਕਰਕੇ ਦੇਖੋ, ਔਰ ਸੱਚੀ ਪ੍ਰਸ਼ੰਸਾ ਹੋਵੇ ਉਹ, ਕਿਉਂਕਿ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਹੈ। ਤੇ 3 ਮਹੀਨੇ ਦੇ ਅੰਦਰ ਤੁਹਾਡੀ ਸੋਚ ਬਦਲ ਜਾਏਗੀ, ਪੋਜ਼ਿਟਿਵਿਟੀ ਆ ਜਾਏਗੀ ਤੁਹਾਡੇ ਅੰਦਰ, ਸਕਾਰਾਤਮਕ ਸੋਚ ਪੈਦਾ ਹੋ ਜਾਏਗੀ। ਇਹ ਤੁਹਾਡੇ ਸਬ ਕੌਂਸ਼ੀਅਸ ਵਿੱਚ ਚਲੀ ਜਾਏਗੀ, ਫਿਰ ਇਹਨੂੰ ਬਾਹਰ ਕੱਢਣਾ ਔਖਾ ਹੈ। ਜਦੋਂ ਇੱਕ ਵਾਰ ਸਾਡੇ ਅੰਦਰ ਚਲਾ ਜਾਏ ਕੋਈ ਗੁਣ, ਉਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਫਿਰ ਉੱਥੇ ਉਮਰ ਦਾ ਲਿਹਾਜ਼ ਨਹੀਂ ਕਿ ਅਬ ਸਮਾਧ ਦੀ ਅਵਸਥਾ 30-40 ਸਾਲ ਬਾਅਦ ਤਪੱਸਿਆ ਕਰਕੇ ਫਿਰ ਆਏਗੀ। ਇੱਕ ਬੱਚੇ ਅੰਦਰ ਵੀ ਆ ਸਕਦੀ ਹੈ। ਜਦੋਂ ਉਹ ਗੁਣ ਅੰਦਰ ਆ ਜਾਂਦਾ, ਉਸ ਗੁਣ ਦੀ ਖਾਤਰ ਉਹ ਆਪਣੇ ਆਪ ਨੂੰ ਵੀ ਵਾਰ ਜਾਂਦਾ ਹੈ। 7 ਸਾਲ ਦੀ ਉਮਰ ਦੇ ਬਾਬਾ ਫਤਿਹ ਸਿੰਘ, 9 ਸਾਲ ਦੀ ਉਮਰ ਦੇ ਬਾਬਾ ਜੋਰਾਵਰ ਸਿੰਘ, ਸਿੱਖੀ ਉਹਨਾਂ ਦੇ ਸਬ ਕੌਂਸ਼ੀਅਸ ਵਿੱਚ ਚਲੀ ਗਈ, ਗਹਿਰਾਈ ਵਿੱਚ ਚਲੀ ਗਈ। ਤੇ ਸਿੱਖੀ ਦਾ ਐਸਾ ਆਨੰਦ ਹੈ ਕਿ ਉਹਨਾਂ ਨੂੰ ਨੀਹਾਂ ਵਿੱਚ ਵੀ ਚਿਣ ਦਿੱਤਾ ਕਿ ਛੱਡ ਦਿਓ ਸਿੱਖੀ, ਨੇ ਤੇ ਇੱਟਾਂ 'ਚ ਚਿਣ ਕੇ ਖਤਮ ਕਰ ਦਿਆਂਗੇ। ਉਹਨਾਂ ਨੇ ਕਹਿ ਦਿੱਤਾ ਜਿਹੜਾ ਆਨੰਦ ਸਿੱਖੀ ਵਿੱਚ ਹੈ ਨਾ, ਉਹ ਕਿਤੇ ਹੀ ਨਹੀਂ। ਉਹਨਾਂ ਨੇ ਨੀਹਾਂ 'ਚ ਆਪਣੇ ਆਪ ਨੂੰ ਚਿਣਨਾ ਪ੍ਰਵਾਨ ਕਰ ਲਿਆ। ਛੋਟੇ ਬੱਚੇ ਨੇ ਹਜੇ। ਇਹ ਹੈ ਵਿਸਮਾਦ। ਭਾਈ ਮਤੀ ਦਾਸ ਆਰੇ ਨਾਲ ਚੀਰੇ ਗਏ, ਇਹ ਹੈ ਵਿਸਮਾਦ। ਸਿੱਖੀ ਨੂੰ ਨਹੀਂ ਛੱਡਿਆ। ਜਿਹੜੀ ਪੋਜ਼ਿਟਿਵ ਚੀਜ਼ ਨੂੰ ਬਾਰ-ਬਾਰ ਰਿਪੀਟ ਕੀਤਾ, ਉਹ ਸਬ ਕੌਂਸ਼ੀਅਸ ਮਾਈਂਡ ਵਿੱਚ ਚਲੀ ਗਈ। ਹੁਣ ਉਹ ਜਾਏਗੀ ਨਹੀਂ। ਸਿੱਖੀ ਅੰਦਰ ਚਲੇਗੀ, ਗੁਰਬਾਣੀ ਅੰਦਰ ਚਲੇਗੀ, ਉਹ ਜ਼ਿੰਦਗੀ 'ਚ ਜਾਏਗੀ ਨਹੀਂ। ਵਿਸਮਾਦ ਸਿਫਤ, ਵਿਸਮਾਦ ਸਲਾਹ। ਵਾਹ ਮਾਲਕਾ, ਤੇਰੀ ਸਿਫਤ ਸਲਾਹ, ਤੇਰੇ ਗੁਣ ਇੰਨੇ ਵਿਸਮਾਦਤ ਨੇ, ਮੇਰੀ ਜ਼ਿੰਦਗੀ ਬਦਲ ਦਿੰਦੇ ਨੇ। ਇਹ ਵਿਸਮਾਦ ਉਜੜ, ਵਿਸਮਾਦ ਰਾਹ। हे ਮਾਲਕ, ਤੇਰੀ ਇਸ ਕਾਇਨਾਤ ਵਿੱਚ ਕੁਝ ਲੋਕ ਉਜੜ ਮਾਰਗ, ਇਨਸਾਨੀਅਤ ਦੇ ਰਸਤੇ ਤੋਂ ਦੂਰ ਚਲੇ ਜਾਂਦੇ ਨੇ, ਜਿਨ੍ਹਾਂ ਦੀ ਜ਼ਮੀਰਾਂ ਮਰ ਜਾਂਦੀਆਂ ਨੇ, ਉਹ ਜਿੰਦਾ ਲਾਸ਼ ਹੋ ਜਾਂਦੇ ਨੇ, ਲਾਸ਼ਾਂ ਤੁਰੀਆਂ ਫਿਰਦੀਆਂ ਨੇ ਮਰੀਆਂ ਹੋਈਆਂ। ਉਹ ਮਰੇ ਹੋਏ ਨੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਵੇਰ ਤੋਂ ਸ਼ਾਮ ਤੱਕ ਕੌੜਾ ਹੀ ਬੋਲਣਾ ਹੈ, ਮਾੜਾ ਹੀ ਬੋਲਣਾ ਹੈ, ਨਿੰਦਿਆ ਹੀ ਕਰਨੀ, ਚੰਗਾ ਬੋਲਣਾ ਹੀ ਨਹੀਂ। ਇਹਨੂੰ ਕਹਿੰਦੇ ਨੇ ਉਜੜ ਰਾਹ। ਕਿ ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਉਜੜ ਰਸਤੇ ਤੇ ਪੈ ਗਏ, ਇਨਸਾਨੀਅਤ ਦੇ ਰਸਤੇ ਤੋਂ ਦੂਰ ਹੋ ਗਏ, ਪਸ਼ੂਆਂ ਵਾਲੇ ਰਸਤੇ ਤੇ ਪੈ ਗਏ। ਸਰੀਰ ਇਨਸਾਨਾਂ ਵਾਲਾ ਹੈ, ਕੰਮ ਪਸ਼ੂਆਂ ਵਾਲੇ ਨੇ। ਕਰਤੂਤ ਪਸ਼ੂ ਕੀ, ਮਾਨਸ ਜਾਤ। ਜ਼ਿੰਦਗੀ ਦੇ ਵਿੱਚ ਕਾਮ, ਕ੍ਰੋਧ, ਲੋਭ, ਹੰਕਾਰ ਦੇ ਰਸਤੇ 'ਚ ਚਲੇ ਗਏ, ਉਜੜ ਚਲੇ ਗਏ। ਅਨੇਕ ਜੂਨਾਂ ਨੂੰ ਭਟਕ ਰਹੇ ਨੇ। ਸਵੇਰ ਤੋਂ ਸ਼ਾਮ ਤੱਕ ਕਿੰਨੀਆਂ ਜੂਨਾਂ ਭਟਕ ਰਹੇ ਨੇ। ਕਿਹੋ ਜਿਹਾ ਜੀਵਨ ਬਤੀਤ ਕਰ ਰਹੇ ਨੇ, ਭੈਣਾਂ ਭਰਾਵਾਂ ਨਾਲ ਕਿਹੋ ਜਿਹਾ ਵਰਤਾਓ ਕਰ ਰਹੇ ਨੇ। ਕੁੱਤੇ ਵਾਲਾ ਜੀਵਨ ਹੈ। ਕੁੱਤਾ ਲਾਲਚੀ ਹੈ, ਇਹ ਵੀ ਲਾਲਚੀ ਹੈ, ਤੇ ਅੱਧੇ ਕਿਲੇ ਜ਼ਮੀਨ ਦੇ ਲਾਲਚ 'ਚ ਆਪਣੇ ਸਕੇ ਭਰਾ ਦਾ ਕਤਲ ਕਰ ਦਿੰਦੇ।
ਆਪਣੇ ਪਰਿਵਾਰ ਨਾਲ ਬੋਲਣਾ ਛੱਡ ਜਾਂਦਾ ਹੈ। ਕਦੀ ਹਾਥੀ ਦੀ ਤਰ੍ਹਾਂ ਹੰਕਾਰ ਕਰਦਾ ਹੈ, ਕਦੀ ਸੱਪ ਦੀ ਤਰ੍ਹਾਂ ਫੂੰ ਫੂੰ ਕਰੀ ਜਾਂਦਾ ਹੈ, ਕਦੀ ਝੋਟੇ ਵਾਂਗੂ ਮਸਤਿਆ ਹੋਇਆ ਹੈ। ਮਾਤਾ ਪੈਂਸਾ ਅਮੁਆ ਜਾਏ, ਕੁਦ ਕੁਦ ਪਵੇ ਰਸਾਤਲ ਪਾਏ। ਕਿੰਨੇ ਵਿਕਾਰਾਂ ਦੀ ਜੂਨਾ ਭੋਗਦਾ ਹੈ। ਗੁਰਮੰਤਰ ਹਿਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨ ਹੈ, ਕੂਕਰੇ ਸੂਕਰੇ ਗਰਦ ਵੇ ਕਾਕੇ ਸਰਪ ਨੇ ਤੁਲ ਖਲੇ। ਇਹਨੂੰ ਕਹਿੰਦੇ ਨੇ ਵਿਸਮਾਦ, ਉੱਜੜ, ਉਜਾੜ ਵਾਲੇ ਪਾਸੇ ਤੁਰ ਪਿਆ। ਵਿਸਮਾਦ ਰਾਹ, ਪਰ ਰਸਤੇ ਤੇ ਵੀ ਆ ਸਕਦਾ ਹੈ, ਇਹਨਾਂ ਜੂਨਾਂ ਚੋਂ ਬਾਹਰ ਵੀ ਨਿਕਲ ਸਕਦਾ ਹੈ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ। ਜੇ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਇਹ ਮੁਕਤ ਵੀ ਹੋ ਸਕਦਾ ਹੈ ਇਹਨਾਂ ਪਸ਼ੂ ਵਰਤੀਆਂ ਤੋਂ। ਸਤਿਗੁਰੂ ਸ਼ਬਦ ਸੁਣਾਏ, ਤੇ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਕੋਈ, ਫਿਰ ਗੁਰੂ ਸ਼ਬਦ ਸੁਣਾਉਂਦਾ ਹੈ। ਸ਼ਬਦ ਮੈਨੇ ਉਪਦੇਸ਼, ਗਿਆਨ, ਯੂਟਰਨ ਲਿਆ ਜਾ ਸਕਦਾ ਹੈ, ਰਾਹ ਵੀ ਪਾਇਆ ਜਾ ਸਕਦਾ ਹੈ। ਮਾਨੋ ਮੈਂ ਲੁਧਿਆਣੇ ਆ ਤੇ ਦਿੱਲੀ ਜਾਣਾ ਹੈ, ਤੇ ਮੈਂ ਗਲਤ ਰਾਹ ਪੈ ਗਿਆ, ਮੈਂ ਖੱਬੇ ਪਾਸੇ ਨਿਕਲ ਗਿਆ ਜਲੰਧਰ ਵੱਲ ਨੂੰ। ਹੁਣ ਮੈਂ ਕਹਾਂ ਜੀ ਹੁਣ ਤੇ ਮੇਰੀ ਜ਼ਿੰਦਗੀ ਬਦਲ ਨਹੀਂ ਸਕਦੀ, ਮੈਂ ਤੇ ਜਲੰਧਰ ਆ ਗਿਆ, ਹੁਣ ਨਹੀਂ ਕੁਝ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਮੈਂ ਜਲੰਧਰ ਤੋਂ ਯੂਟਰਨ ਲੈ ਲਵਾਂ, ਘੰਟਾ ਹੋਰ ਜ਼ਿਆਦਾ ਲੱਗ ਜਾਏਗਾ, ਮੈਂ ਦਿੱਲੀ ਤੇ ਪਹੁੰਚ ਜਾਵਾਂਗਾ ਨਾ। ਜੇ ਮੈਂ ਗਲਤ ਹਾਂ ਤੇ ਮੈਂ ਯੂਟਰਨ ਲੈ ਲਵਾਂ। ਜੇ ਮੈਂ ਅੱਜ ਤੱਕ ਕੌੜਾ ਬੋਲਿਆ, ਨਿੰਦਿਆ ਚੁਗਲੀ ਕੀਤੀ, ਯੂਟਰਨ ਲੈ ਲਵਾਂ, ਅੱਜ ਤੋਂ ਮਿੱਠਾ ਬੋਲਣਾ ਸ਼ੁਰੂ ਕਰ ਦੇ। ਜੇ ਅੱਜ ਤੱਕ ਗਰੀਬ ਦਾ ਹੱਕ ਮਾਰਿਆ, ਰਿਸ਼ਵਤ ਖਾਦੀ, ਬੇਈਮਾਨੀ ਲਈ, ਉੱਜੜ ਰਾਹ ਤੇ ਪੈ ਗਿਆ ਸੀ, ਤੇ ਮੈਂ ਸਿੱਧੇ ਰਾਹ ਵੀ ਪੈ ਸਕਦਾ ਨਾ, ਯੂਟਰਨ ਲੈ ਲਵਾਂ। ਮੈਂ ਇਮਾਨਦਾਰੀ ਦੀ ਜ਼ਿੰਦਗੀ ਜੀਣ ਲੱਗ ਜਾਵਾਂ। ਕ੍ਰੋਧ ਛੱਡ ਕੇ ਮੈਂ ਪ੍ਰੇਮ ਕਰਨਾ ਸ਼ੁਰੂ ਕਰ ਦਿਆਂ, ਹਿੰਸਾ ਛੱਡ ਕੇ ਦਇਆ ਕਰਨੀ ਸ਼ੁਰੂ ਕਰ ਦਿਆਂ। ਯੂਟਰਨ ਲੈ ਲਓ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜ਼ਿੰਦਗੀ ਅੱਜ ਵੀ ਬਦਲੀ ਜਾ ਸਕਦੀ ਹੈ। ਅਜੂ ਕੱਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਅਖੀਰ ਨੂੰ ਮੁਕਤ ਪਾਏ, ਵਿਕਾਰਾਂ ਤੋਂ ਮੁਕਤੀ ਪਾ ਲੈਂਦਾ ਹੈ ਲਾਗ ਚਰਣੀ, ਗੁਰੂ ਦੀ ਚਰਨਾਂ ਨਾਲ ਲੱਗ ਕੇ। ਤੇ ਗੁਰੂ ਕੀ ਕਰਦਾ ਹੈ? ਸਤਿਗੁਰੂ ਸ਼ਬਦ ਸੁਣਾਏ, ਜ਼ਿੰਦਗੀ ਬਦਲ ਜਾਂਦੀ ਹੈ। ਵਿਸਮਾਦ ਰਾਹ, ਰਸਤਾ ਮਿਲ ਜਾਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਿੰਨੇ ਸਾਲ ਤੀਰਥਾਂ ਤੇ ਜਾਂਦੇ ਰਹੇ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਨੇ ਯੂ ਟਰਨ ਦੇ ਦਿੱਤਾ ਵੀ ਬਾਹਰੋਂ ਨਹਾਉਣ ਨਾਲ ਪਵਿੱਤਰਤਾ ਨਹੀਂ ਆਣੀ, ਗਿਆਨ ਨੇ ਅੰਦਰ ਨੂੰ ਧੋ ਕੇ ਸਾਫ਼ ਕਰਨਾ। ਯੂ ਟਰਨ ਆ ਗਿਆ ਨਾ। ਭਾਈ ਲਹਿਣਾ ਜੀ ਕਿੰਨੀਆਂ ਦੀਵਿਆਂ ਦੀ ਯਾਤਰਾ ਤੇ ਜਾਂਦੇ ਰਹੇ, ਭੇਟਾ ਵੀ ਗਾਉਂਦੇ ਰਹੇ ਹੋਣਗੇ, ਕਿੰਨਾ ਕੁਛ ਕੀਤਾ ਹੋਏ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ, ਗੁਰੂ ਨਾਨਕ ਸਾਹਿਬ ਜੀ ਨੇ ਯੂ ਟਰਨ ਦੇ ਦਿੱਤਾ ਵੀ ਇੱਕ ਰੱਬ ਨਾਲ ਜੁੜ ਜਾਓ ਜਿਹੜਾ ਸਾਰਿਆਂ ਵਿੱਚ ਹੀ ਹੈ। ਤੇ ਇਹੋ ਜਿਹਾ ਯੂ ਟਰਨ ਲਿਆ, ਗੁਰੂ ਨੇ ਜ਼ਿੰਦਗੀ ਬਦਲ ਦਿੱਤੀ। ਐਸੀ ਜ਼ਿੰਦਗੀ ਬਦਲੀ ਕਿ ਆਪਣੇ ਵਰਗਾ ਹੀ ਬਣਾ ਕੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਕਰ ਦਿੱਤਾ। ਇਹਨੂੰ ਕਹਿੰਦੇ ਰਾਹ ਆ ਜਾਣਾ। ਕਿੰਨਾ ਵਿਸਮਾਦ! ਜਦੋਂ ਅੰਦਰ ਦੀ ਸੋਚ ਬਦਲ ਜਾਂਦੀ ਹੈ, ਉੱਜੜ ਪਿਆ ਵੀ ਜਿਹੜਾ ਉਹ ਸਹੀ ਰਸਤੇ ਤੇ ਚੱਲ ਪੈਂਦਾ ਹੈ। ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ। ਕਿੰਨੀ ਹੈਰਾਨੀ ਹੈ! ਕੋਈ ਰੱਬ ਨੂੰ ਨੇੜੇ ਸਮਝਦਾ ਹੈ, ਕੋਈ ਰੱਬ ਨੂੰ ਦੂਰ ਅਸਮਾਨਾਂ 'ਚ ਬੈਠਾ ਸਮਝੀ ਜਾਂਦਾ ਹੈ। ਵਿਰਲੇ ਨੇ ਜਿਹੜੇ ਹਾਜ਼ਰ ਨਾਜ਼ਰ ਸਮਝ ਰਹੇ ਨੇ ਹਰ ਥਾਂ ਤੇ। ਕੁਝ ਐਸੇ ਨੇ ਜੋ ਹਾਜ਼ਰ ਨਾਜ਼ਰ ਸਮਝਦੇ ਨੇ। ਕੋਈ ਕਹਿੰਦਾ ਦੂਰ ਹੈ, ਬਹਿਸ਼ਤ ਵਿੱਚ ਹੈ, ਸਵਰਗ ਵਿੱਚ ਹੈ, ਸਤਵੇਂ ਅਸਮਾਨ ਤੇ ਹੈ, ਜੰਨਤ ਤੇ ਹੈ, ਬੈਕੁੰਠ ਵਿੱਚ ਹੈ। ਗਾਵੇ ਕੋ ਜਾਪੈ ਦਿਸੈ ਦੂਰ। ਕੁਝ ਲੋਕਾਂ ਦੀ ਸੋਚ ਇਹ ਹੈ, ਤੇ ਜਿਹੋ ਜੀ ਸੋਚ ਉਹ ਜਿਹਾ ਪ੍ਰੋਜੈਕਸ਼ਨ ਸੰਸਾਰ ਦੇ ਪਰਦੇ ਤੇ ਪੈਣਾ, ਉਦਾਂ ਦੀ ਰੱਬ ਦਿਸਣੇ। ਸੋਚ ਵਿੱਚ ਆ ਗਿਆ ਰੱਬ ਤੇ ਦੂਰ ਹੈ, ਤੇ ਦੂਰ ਹੈ, ਤੇ ਦੂਰ ਹੈ। ਤੇ ਕੁਝ ਲੋਕਾਂ ਦੇ ਅੰਦਰ ਸੋਚ ਪੈਦਾ ਹੋਗੀ ਤੇ ਹਾਜ਼ਰ ਨਾਜ਼ਰ ਹੈ। ਦੋਏ ਦੋਏ ਲੋਚਨ ਦੇਖਾਂ, ਹਉ ਹਰ ਬਿਨ ਅਵਰ ਨਾ ਦੇਖਾਂ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਅੱਖਾਂ ਤੇ ਰੱਬ ਨੂੰ ਹੀ ਦੇਖਦੀਆਂ ਨੇ, ਇੰਨਾ ਨੇੜੇ ਹੈ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ। ਹਾਜ਼ਰ ਸਮਝਦੇ ਨੇ ਕਿ ਜਿੰਨੇ ਮੇਰੇ ਸਾਹਮਣੇ ਆਦਮੀ ਨੇ, ਔਰਤਾਂ ਨੇ, ਮਾਤਾ ਪਿਤਾ, ਭੈਣ ਭਰਾ, ਗੁਆਂਢੀ, ਰਿਸ਼ਤੇਦਾਰ, ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ ਰੱਬ ਦਾ ਰੂਪ ਤੇ ਹਨ। ਗਾਵੇ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਵ। ਜਿਹਦੇ ਅੰਦਰ ਸੋਚ ਆਨੰਦ ਵਾਲੀ ਹੋ ਜਾਂਦੀ ਹੈ, ਗੁਰੂ ਦੇ ਗਿਆਨ ਵਾਲੀ ਸੋਚ ਹੋ ਜਾਂਦੀ ਹੈ, ਜਿਹੜੇ ਮਨ ਬਚਨ ਕਰਮ 'ਚ ਇੱਕ ਸਾਰਤਾ ਲੈ ਕੇ ਆ ਜਾਂਦੇ ਨੇ, ਜਿਹੜੇ ਕਥਨੀ ਕਰਨੀ ਦੇ ਪੂਰੇ ਹੋ ਜਾਂਦੇ ਨੇ, ਉਹਨਾਂ ਦੀ ਸੋਚ ਚੜ੍ਹਦੀ ਕਲਾ ਵਾਲੀ ਹੁੰਦੀ ਹੈ। ਉਹ ਜਿੱਧਰ ਦੇਖਦੇ ਨੇ ਅੰਦਰ ਦਾ ਪ੍ਰੋਜੈਕਸ਼ਨ ਉਹਨਾਂ ਨੂੰ ਬਾਹਰ ਆਨੰਦ ਹੀ ਦਿਖਾਉਂਦਾ ਹੈ। ਵੇਖ ਵਿਡਾਣ ਰਿਹਾ ਵਿਸਮਾਦ, ਇਹ ਸਾਰੇ ਕੌਤਕਾਂ ਨੂੰ ਦੇਖ ਕੇ ਉਹ ਵਿਸਮਾਦਿਤ ਹੋ ਜਾਂਦਾ ਹੈ। ਇੱਕ ਛੋਟਾ ਜਿਹਾ ਫੁੱਲ ਵਿਸਮਾਦਿਤ ਕਰ ਜਾਂਦਾ ਹੈ, ਇੱਕ ਤਿਤਲੀ ਵਿਸਮਾਦਿਤ ਕਰ ਜਾਂਦੀ ਹੈ, ਇੱਕ ਸੁੱਖ ਵਿਸਮਾਦਿਤ ਕਰ ਜਾਂਦਾ ਹੈ, ਇੱਕ ਦੁੱਖ ਵਿਸਮਾਦਿਤ ਕਰ ਜਾਂਦਾ ਹੈ, ਇੱਕ ਖੁਸ਼ੀ ਵਿਸਮਾਦਿਤ ਕਰ ਜਾਂਦੀ ਹੈ, ਇੱਕ ਗਮ ਵਿਸਮਾਦਿਤ ਕਰ ਜਾਂਦਾ ਹੈ। ਖੁਸ਼ੀ ਵਿੱਚੋਂ ਵੀ ਕੁਝ ਸਿੱਖ ਲੈਂਦੇ ਨੇ, ਗਮ ਦੇ ਵਿੱਚੋਂ ਵੀ ਕੁਝ ਸਿੱਖ ਲੈਂਦੇ ਨੇ। ਉਹ ਆਪਣੇ ਆਂਢ ਗੁਆਂਢ ਦੇ ਵਿੱਚੋਂ, ਮਾਤਾ ਪਿਤਾ, ਭੈਣਾਂ ਭਰਾਵਾਂ ਚੋਂ, ਇੱਥੋਂ ਤੱਕ ਕਿ ਪਸ਼ੂਆਂ ਪੰਛੀਆਂ ਚੋਂ, ਰੁੱਖਾਂ ਬਿਰਖਾਂ ਚੋਂ
ਜ਼ਰੇ ਜ਼ਰੇ ਦੇ ਵਿੱਚੋਂ ਉਹਨਾਂ ਨੂੰ ਆਨੰਦ ਹੀ ਨਜ਼ਰ ਆਉਂਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਆਨੰਦ ਹੈ ਤੇ ਸੰਸਾਰ ਤੇ ਕੇਵਲ ਇੱਕ ਪਰਦਾ ਹੈ ਜਿਹਦੇ ਉੱਪਰ ਪ੍ਰੋਜੈਕਸ਼ਨ ਪੈਂਦਾ ਹੈ। ਵਿਸਮਾਦ ਲਿਆਉਣ ਵਾਸਤੇ ਵੱਖਰੀ ਦ੍ਰਿਸ਼ ਦੀ ਲੋੜ ਨਹੀਂ, ਵੱਖਰੇ ਪਹਾੜਾਂ ਸਮੁੰਦਰਾਂ ਦੀ ਲੋੜ ਨਹੀਂ, ਵਿਸਮਾਦ ਲਿਆਉਣ ਵਾਸਤੇ ਕਿਸੇ ਖਾਸ ਉਮਰ ਦੀ ਲੋੜ ਨਹੀਂ। ਸਿਰਫ ਅੰਦਰ ਜਿਸ ਦਿਨ ਆਨੰਦ ਆ ਜਾਏਗਾ, ਅੰਦਰ ਦਾ ਆਨੰਦ ਦਾ ਪ੍ਰੋਜੈਕਟਰ ਸੰਸਾਰ ਦੇ ਪਰਦੇ ਤੇ ਆਨੰਦ ਹੀ ਦਿਖਾਏਗਾ। ਇਸ ਗੱਲ ਨੂੰ हे ਨਾਨਕ ਵੱਡੇ ਭਾਗਾਂ ਵਾਲਾ ਬੁੱਝ ਸਕਦਾ ਹੈ। ਭਾਵ ਜਿਹੜਾ ਸ਼ੁਭ ਗੁਣਾਂ ਦਾ ਪਾਤਰ ਹੋ ਜਾਂਦਾ ਹੈ ਉਹ ਭਾਗਾਂ ਵਾਲਾ ਹੈ। ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਵੱਡੇ ਭਾਗਾਂ ਨਾਲ ਇਹਨੂੰ ਸਮਝਿਆ ਜਾ ਸਕਦਾ ਹੈ। ਭਾਵ ਗੁਣਾਂ ਦੇ ਪਾਤਰ ਬਣ ਕੇ, ਆਨੰਦ ਦੇ ਪਾਤਰ ਬਣ ਕੇ ਇਹਨੂੰ ਸਮਝਿਆ ਜਾ ਸਕਦਾ ਹੈ। ਜਿਹਨੇ ਗੁਰੂ ਦਾ ਗਿਆਨ ਲਿਆ ਉਹਦੇ ਅੰਦਰ ਆਨੰਦ ਆ ਗਿਆ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਨਾਲ ਜੁੜ ਕੇ ਆਨੰਦ ਆ ਗਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਤੇ ਜਿਸ ਦਿਨ ਉਹ ਆਨੰਦ ਅੰਦਰ ਪੈਦਾ ਹੋ ਜਾਂਦਾ ਹੈ, ਫਿਰ ਜਿੱਧਰ ਦੇਖਦਾ ਅੰਦਰ ਦਾ ਪ੍ਰੋਜੈਕਟਰ ਜਿਹੜਾ ਹੈ ਸੰਸਾਰ ਦੇ ਪਰਦੇ ਤੇ ਆਨੰਦ ਹੀ ਦਿਖਾਉਂਦਾ ਹੈ। ਫਿਰ ਕੀ ਹੁੰਦਾ ਹੈ? ਅਖੀਰ ਤੇ ਜ਼ਿੰਦਗੀ ਇਹ ਹੁੰਦੀ ਹੈ, ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਇੱਕ ਹੈ ਏਕੀ ਨਿਤੈ ਬੁਰਾ ਨਹੀਂ, ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ, ਹਾਰ ਹੈ ਹੀ ਨਹੀਂ, ਜਿੱਤ ਹੀ ਜਿੱਤ ਹੈ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।